वास्ते फिर इहो जिहा काम जीवन में ढल जाए तो फिर सारा काम आपे हो जाता। साध नाम निर्मल ताके कर बड़े, तो कोई नहीं लिखा भी कृपान वाला हो जी पग वाला हो काम हो तो वो साध जिसमें असीं ईखा करते हैं किसी वास्ते बुरा सोचते हैं उस वे भगवान साढ़े मन चों निकल जाता है। तो गुरु तेग बहादुर ने लिखा है एक भगत भगवान जे प्राणी कह ना है मन अगे पता नहीं की है उस तरह के होंगे हैं। पर जे किसी वास्ते गुस्सा करता है गुरु तेग बहादुर ने आख्या पढ़ने वाला हो सुनने वाला सारे इस तरह के उस वे असीं बिल्कुल इस तरह होंगे हैं जैसे सूकर समान नानक मन होता है। कौन नजीब खुदाए भेद ना किसी किसी को 4 पैसे जमा होंगे दसदा नहीं मेरे पैसे किन्ने ਜਿਹੜੇ ਉੱਥੇ चले जाते वो फिर मेरे काम बड़ा औखा सच वैसे नाल प्रमाण दिता है भई कोई भाई बीबी ਵਿਆਹੀ ਜਾਂਦੀ ਹੈ ਸਹੁਰੇ ਘਰ ਜਾਂਦੀ ਹੈ ਉਹਦੇ ਘਰ ਬਾਹਰ ਆਉਣ ਵਾਲਾ ਹੁੰਦਾ ਤੇ ਉਹ ਫਿਰ ਢੱਕਦੀ ਹੈ ਉਹਨੂੰ ਵੀ ਕਿਸੇ ਨੂੰ ਪਤਾ ਨਾ ਲੱਗੇ ਸੰਗ ਆਉਂਦੀ ਹੈ ਤਾਂ ਉਹ ਪ੍ਰਗਟ ਹੁੰਦਾ ਇਸ ਤਰ੍ਹਾਂ ਭਜਨ ਬਾਣੀ ਪ੍ਰਗਟ ਹੁੰਦਾ ਹੈ। ਉਹਨੂੰ ਜਾ ਕੇ ਦੱਸਿਆ ਜਿਹੜਾ ਉਹ ਬੜੀ ਸ਼ਰਮ ਸਮਝਦਾ ਸੀ ਕਿ ਮੈਂ ਇਸ ਵੇਲੇ ਹੈ ਵੀ ਸਿਆਸਤ ਦਾ ਅਤੇ ਧਰਮ ਦਾ ਇੰਨਾ ਹੀ ਫਰਕ ਹੈ। ਸਿਆਸਤ ਵਾਲੇ ਆਖਣਾ ਹੈ ਕਿ ਮੈਂ ਬਹੁਤ ਚੰਗਾ मेरा विरोधी बहुत पैड़ा है। धर्म वाले ने आखना है भी नानक साहब आओ संत लाल सिंह होरी साढ़े बड़े पहुंचे साधु सन उन्होंने ना कुत्ते रखने शिकार खेलना एक संत सन वो आखन लाल सिंह आखन लगा भी अं तू कहना भजन गड़ी कर दिंदा बोरी कर दिंदा मैं सिखा किस तरह कर दिंदा मैं नहीं भजन पुछना इस तरह नहीं करना घोड़ी से चढ़े आने संत लाल सिंह जी को जिन्होंने भजन दसिया संत तुरे आओ मैं कहा लाल सिंह हेठा उतर घोड़ी हेठा उतरिया क्योंकि उन्होंने जफा मार के भजन दस दिता बस उत्ती सुध बुध दिसे फिर ये हाल हो गया भी छोले लैके बना लैने बना के किसी उत्थे चले जाना जिथे कोई नेड़े ना हो उत्थे जाके भजन करना उत्थे उन्हें छोले जप सकते फिर आखना मैं मखौल ना पूछा जी मैं प्यार ना पूछता तो नहीं मेरा की हाल मेरा हाल सन भाई आदमी मैं उन्होंने दर्शन किए ने दीवान च आना इस तरह करके बाह फिर के हाथ करना जिस वे सारा दीवान इतना चिरनार चल जाए वो इंसान कोई हर आदमी ये सोचता है कि पुराने आदमी च किन्ने होगा इन्नी दूर जाने की लोड़ नहीं ये अपने अंदर वेख ले बड़े ने इन्नी दूर जाने की लोड़ है किहड़े वेखने तो गुण वेखो ਜਿਹੜੇ ਤੁਹਾਡੇ ਕੋਲ ਗੁਣ ਨੇ ਉਹ ਹੈਗੇ ਹੀ ਨੇ ਪਰ ਕਿਸੇ ਦੇ ਗੁਣ ਗ੍ਰਹਿਣ ਕਰੋ ਉਹ ਤੁਹਾਡੇ ਫਾਇਦੇ ਵਾਸਤੇ। ਤੇ ਇੱਕ ਸਨ ਗੁਲਾਬ ਸਿੰਘ ਹੋਰੀ ਸਨ ਵਰਨਾ ਦੇ ਉਹ ਇੱਥੇ ਸੰਤ ਨਗਰ ਆ ਕੇ ਚੜਾਈ ਕੀਤੇ ਬੜੇ ਬਹੁਤ ਵਜੀਕ ਸਾਧੂ ਸਨ। ਉਹਨਾਂ ਦੇ ਭਾਂਡਿਆਂ ਨੂੰ ਕਾਂ ਕੁੱਤੇ ਬਿੱਲੇ ਮੂੰਹ ਨਹੀਂ ਸੀ ਲਾਉਂਦੇ। ਇਹ ਫਿਰ ਉੱਚੇ ਚਾ ਪਹਿਰੇ ਤੇ ਜਾ ਕੇ ਬੈਠ ਕੇ ਦੇਖਿਆ ਇਹਨਾਂ ਨੇ ਬਈ ਕੋਈ ਇੱਧਰ ਚਲਾ ਗਿਆ ਕੁੱਤਾ ਇੱਧਰ ਚਲਾ ਗਿਆ ਉਹਨਾਂ ਦੇ ਭਾਂਡਿਆਂ ਨੂੰ ਨਹੀਂ ਜਿਹੜਾ ਨਾ ਰੀਡ ਨੇ ਲਿਖਿਆ ਆਪ ਸਵਾਰ ਹੈ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਇਆ ਸਭ ਜਗ ਤੇਰਾ ਹੋਇਆ। ਸਭ ਜਗ ਦੇ ਵਿੱਚ ਬੰਦੇ ਨਹੀਂ ਸਿਰਫ ਜਾਨਵਰ ਵੀ ਸਭ ਜਗ ਦੇ ਵਿੱਚ ਆ ਜਾਂਦੇ। ਇਸੇ ਤਰ੍ਹਾਂ ਇਹ ਸੰਤ ਗੋਪਾਲ ਸਿੰਘ ਹੋਰੀ ਜਿਹੜੇ ਸਨ ਇਹ ਬਹੁਤ ਭਜਨ ਬਾਣੀ ਕਰਨ ਵਾਲੇ ਸਨ। ਜਦੋਂ ਪਾਕਿਸਤਾਨ ਬਣਿਆ ਕਾਫਲੇ ਦੇ ਵਿੱਚ ਆ ਕੇ ਚੂੜਕਾਣੇ ਦੇ ਸਟੇਸ਼ਨ 'ਤੇ ਬੈਠੇ ਨੇ ਮੁਸਲਮਾਨਾਂ ਦੀ ਫੌਜ ਰੇਲ ਵਿੱਚ ਆਉਂਦੀ ਹੈ ਉਹ ਉਹਨਾਂ ਨੂੰ ਮਸ਼ੀਨ ਗਨਾਂ ਮਿਲੀਆਂ ਸੀ ਉਹ ਜਿੰਨੇ ਬਾਹਰ ਹਿੰਦੁਸਤਾਨੀ ਬੈਠੇ ਸੀ ਬਾਹਰ ਉਹਨਾਂ ਨੂੰ ਮਾਰੀ ਜਾਂਦੇ। ਮਾਸਟਰ ਵੀਕ ਸਿੰਘ ਤੁਹਾਡਾ ਕੀ ਲੱਗਦਾ
ਭੂਆ ਦਾ ਪੁੱਤਰ ਹੈ। ਭੂਆ ਦਾ ਪੁੱਤਰ ਇਹਨਾਂ ਦਾ, ਉਹ ਤੇ ਕੋਲ ਬੈਠਾ ਨਾਲ। ਹੋਰ 10-15 ਸੀ ਜਿਹੜੇ ਸੰਤਾਂ ਕੋਲ ਬੈਠੇ ਨੇ ਨਾ, ਉਹ ਸਾਰੇ ਬਚ ਗਏ ਨੇ, ਬਾਕੀ ਸਾਰੇ ਮਰ ਗਏ। ਉਹ ਸਾਹਮਣੇ ਵੇਖਣ ਨੂੰ ਉਹ ਬਿਲਕੁਲ ਹੀ ਐ ਮੋਟੀ ਜਿਹੀ ਪੱਗ ਬੰਨ੍ਹ ਚੜ੍ਹਨੀ ਅਤੇ ਬਸ ਬੈਠੇ ਰਹਿਣਾ ਹਰ ਵੇਲੇ। ਅਤੇ ਇੰਨੀ ਉਹਨਾਂ ਦੀ ਕਿਰਪਾ ਸੀ। ਉਹਨਾਂ ਦੀ ਵੀਡੀਓ ਵੀ ਕੀਤੀ ਹੈ, ਕਿਤੇ ਕੱਢ ਕੇ ਵਿਖਾਓ, ਰੁਚੀ ਨੇ ਰਹਿਰੂ ਜਾਣ ਸਾਡੇ ਹੁੰਦੇ ਹੁੰਦੇ ਜਾਣ। ਉਹਨਾਂ ਦੀ ਮੂਵੀ 'ਤੇ ਹੈ ਜੀ। ਉਹਨਾਂ ਦੀ ਮੂਵੀ ਆ। ਹਾਂਜੀ। ਇਹ ਕਿਹੜੀ ਗੱਲ ਮੈਂ ਸੁਣੀ ਨਹੀਂ। ਸੰਤ ਗੋਪਾਲ ਸਿੰਘ ਗੋਪਾਲ ਸਿੰਘ ਉਹਨਾਂ ਨੇ ਗੋਪਾਲ ਸਿੰਘ ਵਾਲੀ ਤਾਂ ਸੁਣ ਲਿਆ। ਮੈਂ ਗੋਪਾਲ ਸਿੰਘ ਵਾਲੀ ਸੁਣ ਲਿਆ। ਇਸ ਵੇਲੇ ਨਾ ਸਰਵਾਂ ਦੀ ਕਿਰਪਾ ਨਾਲ ਲਿਟਰੇਚਰ ਬਹੁਤ ਇਕੱਠਾ ਨਹੀਂ, ਕੀਤਾ। ਮੈਂ ਅਗਲੀ ਨਹੀਂ ਸੁਣੀ ਜੀ। ਅਗਲੀ ਗੱਲ ਇਹ ਸੀ ਵੀ ਵੀਡੀਓ ਕੀਤੀਆਂ ਨੇ ਬਹੁਤ ਸਾਰੀਆਂ, ਮੂਵੀਆਂ ਕੀਤੀਆਂ ਨੇ, ਉਹ ਸਿਰਫ ਐਡੀਟਿੰਗ ਕਰਕੇ ਤੇ ਲੋਕਾਂ ਨੂੰ ਵਿਖਾਉਣ ਵਾਲੀ ਗੱਲ ਜਿਹੜਾ ਆਪ ਜੀ ਵਾਲਾ ਬਚਨ ਤੇ ਵਿੱਚੇ ਰਹਿ ਵਿੱਚੇ ਜਾਂਦਾ, ਉਹ ਮੈਂ ਦੱਸਦਾ। ਆਪ ਜੀ ਨੇ ਬਹੁਤ ਵਾਰੀ ਕੀਤਾ ਕਿ ਚਲੋ ਇਹ ਉਹਨਾਂ ਦਾ ਵਚਨ ਜਿਹੜਾ ਮੈਂ ਦੱਸ ਰਿਹਾ ਨਾ, ਇਹ ਉਹਨਾਂ ਦਾ ਵਚਨ ਰਿਕਾਰਡ ਕੀਤਾ ਹੈ। ਉਹਨਾਂ ਨੇ ਦੱਸਿਆ ਤੇ ਮੈਨੂੰ ਗੁਰੂ ਪ੍ਰਤਾਪ ਸਿੰਘ ਨੇ ਜਣਾਇਆ ਵੀ ਆਹ ਜਿਹੜਾ ਤੇਰਾ ਬਲਦ ਹੈ ਨਾ, ਇਹ ਤੇਰਾ ਪਿਓ ਹੈ, ਆਹ ਤੇਰਾ ਦਾਦਾ ਦੂਜਾ ਬਲਦ ਜਿਹੜਾ, ਆਹ ਜਿਹੜੀ ਗਾਂ ਹੈ ਨਾ, ਇਹ ਕਰਨਾਲ ਖੜੀ ਕਿੱਥੇ ਵਿਆਹੀ ਦੀ ਭੂਆ ਤੇਰੀ ਉਹ ਹੈ। ਉਹ ਮਸਾਨੇ ਹੋ ਗਏ ਨੇ, ਚੀਕ ਮਾਰ ਕੇ ਤੇ ਬਲਦਾਂ ਦੀ ਖੋਲੀ ਜੀ ਜਾ ਡਿੱਗੀ ਤੇ ਬਲਦ ਵੀ ਜਿਹੜੇ ਸਾਨੂੰ ਬਾਂਹ ਬਾਂਹ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਆਂਢੀ ਗੁਆਂਢੀ ਇਕੱਠੇ ਹੋ ਗਏ, ਮਾਂ ਆ ਗਈ, ਕੀ ਹੋ ਗਿਆ ਕੀ ਹੋ ਗਿਆ। ਤੇ ਮੁੜ ਕੇ ਮਾਂ, ਅੱਛਾ ਇਹਨਾਂ ਨੇ ਬਲਦ ਜੋੜਨੇ ਛੱਡ ਦਿੱਤੇ, ਜਿਹਦੇ ਮੇਰਾ ਪਿਓ ਮੇਰਾ ਦਾਦਾ। ਫਿਰ ਇਹਨਾਂ ਨੂੰ ਦਰਸ਼ਨ ਸਭ ਨੂੰ ਦਿੱਤਾ, ਆਖਿਆ ਵੀ ਤੂੰ ਜੋੜ ਸੌਖੇ ਰੱਖੇਂਗਾ, ਕੋਈ ਹੋਰ ਜੋੜੇਗਾ ਤੈਨੂੰ ਮਾਰੇਗਾ। ਅਤੇ ਉਹਨਾਂ ਦਿਨਾਂ ਜੀ ਇਹਨਾਂ ਦੀ ਨਾ ਜਿਹੜੀ ਕਣਕ ਸੀ ਉਹ ਵੀ ਕਰਕੇ ਫਿਰ ਅਖੀਰਲੇ ਦਿਨਾਂ ਜੀ ਜਿਹੜੇ ਛਿੱਟੇ ਪੱਕਦੇ ਸਨ ਉਹ ਲਿਆ ਕੇ ਘਰ ਕੋਟ ਕੇ, ਅਤੇ ਉਹਨਾਂ ਦੀ ਫਿਰ ਕੀ ਗਏ ਹਟਾ ਉਟਾ ਬਣ ਗਿਆ। ਮਾਂ ਬੜੀ ਖਹਿੜੇ ਪੈ ਗਈ ਵੀ ਗੱਲ ਕੀ ਦੱਸ, ਮਾਂ ਕੀ ਦੱਸੇ ਵੀ ਆ ਤੇਰਾ ਘਰ ਵਾਲਾ ਅਤੇ ਆ ਤੇਰਾ ਸਹੁਰਾ। ਦੱਸਣ ਨਾ ਬੜੇ ਚਿਰ ਵਿੱਚੋਂ ਮਸਾਂ ਉਹਨਾਂ ਨੇ ਜਦੋਂ ਦੱਸਿਆ ਨਾ, ਉਹ ਫਿਰ ਉਹੀ ਗੱਲ ਹੋ ਗਈ ਮਾਂ ਦੀ, ਵੇਖੋ ਚੰਗਾ ਨਹੀਂ ਭਾਜੀ ਪਿੱਛੇ ਆਇਆ ਇਹਨੂੰ ਮੇਰਾ ਘਰ ਵਾਲਾ ਮੁੰਡਾ ਨਹੀਂ, ਮੇਰਾ ਸਹੁਰਾ। ਉਹਨੂੰ ਵਿਖਾ ਦਿੱਤਾ ਜੀ, ਉਹਨੂੰ ਨਹੀਂ ਵਿਖਾਇਆ ਸਹੁਰਾ ਦੀ ਜਾ। ਉਹ ਸੰਤ ਗੋਪਾਲ ਸਿੰਘ ਸਨ ਜਿਨ੍ਹਾਂ ਨੇ ਫਿਰ ਉਹ ਤੁਹਾਨੂੰ ਦੱਸਿਆ ਵੀ ਗੋਲੀਆਂ ਨਹੀਂ ਵੱਜੀਆਂ ਉਹਨਾਂ ਦੇ ਕੋਲ ਬੈਠੀਆਂ, ਬਹੁਤ ਭਜਨ ਕਰਦੇ ਸਨ। ਆਪ ਨਹੀਂ ਸਨ ਵਿਆਹੇ, ਨਾਲ ਦੇ ਭਰਾ ਵਿਆਹੇ ਸਨ ਦੂਸਰੇ, ਨਾਲ ਉਹਦੇ ਤੋਂ ਖੇਤੀਬਾੜੀ ਕਰਦੇ ਸਨ। ਇੱਕ ਵਾਰ ਇੱਥੇ ਸਾਡੇ ਜਿਮਨਲ ਦੇ ਇਲਾਕੇ 'ਚ ਨਾਲੀ ਘੱਗਰ ਦੇ ਦਰਿਆ ਹੁੰਦਾ, ਉਹਦਾ ਹੜ੍ਹ ਬੜਾ ਆ ਗਿਆ ਅਤੇ ਪਿੰਡ ਜਿਹੜਾ ਸੀ ਅੰਮ੍ਰਿਤਸਰ ਦੇ ਸੰਤ ਰਹਿੰਦੇ ਸੀ ਸਨ, ਉਹ ਉਹਦੇ ਦੁਆਲੇ ਦੁਆਲੇ ਬੰਨ੍ਹ ਬਣਾਇਆ ਬੜਾ ਤਗੜਾ। ਅਤੇ ਬੰਨ੍ਹ ਵੀ ਜਿਹੜਾ ਨਾ ਉਹ ਜਦੋਂ ਹਵਾ ਆਵੇ ਅਤੇ ਪਾਣੀ ਸੁੱਕੇ ਬਣਦੇ। ਮੈਂ ਰਾਤ ਕੜਾਹੇ 'ਚ ਵੜ ਕੇ ਬੇੜੀਆਂ ਬੁੜੀਆਂ ਨਹੀਂ ਬੰਦੇ ਲੈ ਕੇ ਉੱਥੇ ਜਾ ਕੇ, ਬੰਦੇ ਇਸ ਪਿੰਡ ਦੇ ਲੈ ਜਾਣੇ, ਉਹਨੇ ਥੱਕ ਜਾਣਾ, ਫਿਰ ਦੂਜੇ ਪਿੰਡ ਦੇ ਲੈ ਜਾਣੇ। ਮੈਂ ਸੰਤਾਂ ਨੂੰ ਅਰਜ਼ੀ ਕੀਤੀ ਵੀ ਸੰਤ ਜੀ ਦੱਸੋ ਇਹ ਕੀ ਹੋਏਗਾ, ਨੇ ਕੱਲ੍ਹ ਨੂੰ ਦੱਸਾਂਗੇ। ਅਗਲੇ ਦਿਨਾਂ ਦੇ ਨੇ ਵੀ ਗੁਰੂ ਪ੍ਰਤਾਪ ਸਿੰਘ ਦਾ ਹੁਕਮ ਆ ਗਿਆ, ਹੁਣ ਪਾਣੀ ਮੁੜ ਜਾਏਗਾ। ਉਸੇ ਦਿਨ ਹੀ ਪਾਣੀ ਮੁੜ ਗਿਆ। ਇਸ ਤਰ੍ਹਾਂ ਅੱਜ ਹੀ ਆਏ ਨੇ ਭਾਈ ਰਾਏ ਸਿੰਘ ਦੇ ਪ੍ਰਸੰਗ, ਭਾਈ ਰਾਏ ਸਿੰਘ ਉਹ ਭਾਈ ਰਾਏ ਸਿੰਘ ਜਿਹੜੇ ਸਨ ਮੁਕਤਸਰ ਦੇ ਕੋਲ ਪਿੰਡ ਇੱਕ ਵਧੀਰ ਨਾਮ ਦਾ ਗਾঁਵ ਹੈ, ਉੱਥੋਂ ਦੇ ਜੰਮਪਲ ਸਨ। ਪਹਿਲਾਂ ਨਾਮ ਕੋਈ ਹੋਰ ਸੀ ਉਹਨਾਂ ਦਾ, ਫਿਰ ਨਾਂ ਰਾਏ ਸਿੰਘ ਪਿਆ। ਸਤਿਗੁਰੂ ਰਾਮ ਸਿੰਘ ਦੇ ਵੇਲੇ ਜਿਸ ਵੇਲੇ ਸਿੱਖੀ ਸਾਜਨਾ ਸਤਿਗੁਰਾਂ ਨੇ ਕੀਤੀ, ਉਦੋਂ ਫਿਰ ਉਸ ਵੇਲੇ ਜਿਸ ਵੇਲੇ ਭਾਈ ਰਾਏ ਸਿੰਘ ਨੂੰ ਆਖਿਆ ਵੀ ਲੰਗਰ ਦੀ ਕੀ ਮਰਜ਼ਾਦਾ, ਹਜ਼ੂਰ ਸਾਹਿਬ ਜਾ ਕੇ ਵੇਖ ਕੇ ਆ। ਅਤੇ ਉਹ ਉਸ ਵੇਲੇ ਪੜ੍ਹੇ ਸਨ ਅੰਮ੍ਰਿਤਸਰ ਤੋਂ, ਪੜ੍ਹਦਿਆਂ ਪੜ੍ਹਦਿਆਂ ਹੀ ਉਹਨਾਂ ਦੇ ਦਿਲ 'ਚ ਆਇਆ ਵੀ ਗੁਰੂ ਕਿਹੜੀ ਚੀਜ਼ ਹੈ, ਗੁਰੂ ਨੂੰ ਮਿਲਣਾ। ਅਤੇ ਫਿਰ ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋਏ ਅਤੇ ਫਿਰ ਉਹਨਾਂ ਨੂੰ ਸ਼ਾਂਤੀ ਹੋਈ ਇਸ ਗੱਲ ਦੀ। ਫਿਰ ਉਹ ਸੱਚ ਵੈਸੇ ਤੇ ਲੜ ਲੱਗੇ, ਸਤਿਗੁਰਾਂ ਉਹਨਾਂ ਨੂੰ ਭੇਜਿਆ। ਉਦੋਂ 13 ਸਿੰਘ ਸਨ ਭੈਣੀ ਸਾਹਿਬ, ਜਦੋਂ ਭਾਈ ਰਾਏ ਸਿੰਘ ਉਰੀ ਗਏ। ਅਤੇ ਉਹਨਾਂ ਦੇ ਨਾਲ ਕੋਈ ਸਾਧਨ ਨਹੀਂ ਸੀ ਇਸ ਤਰ੍ਹਾਂ ਦਾ। ਅਤੇ ਭੋਪਾਲ ਦੇ ਜੰਗਲਾਂ ਵਿੱਚ ਸ਼ੇਰ ਪੈਂਦੇ ਸਨ, ਅਤੇ ਅੰਗਰੇਜ਼ਾਂ ਨੇ ਚੌਂਕੀਆਂ ਬਣਾਈਆਂ ਸੀ ਜਿਸ ਜਾ ਕੇ ਲੋਕ ਰਾਤ ਕੱਟਦੇ ਸਨ। ਇੱਕ ਉਹਨਾਂ ਨਾਲ ਕੋਈ ਸੰਗੀ ਸਿੰਘ ਮਿਲ ਗਿਆ, ਉਹ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੇ ਆਖਿਆ ਵੀ ਚੌਕੀ ਚੱਲ ਜਾਈਏ। ਰਾਏ ਸਿੰਘ ਨੇ ਆਖਿਆ, ਉਹ ਆਖਾਂਗਾ ਹਾਥੀ ਜਿਹੜਾ ਤੇਰਾ ਕਰਦਾ ਅਤੇ ਕੀੜੀ ਜਿੰਨਾ ਤੇਰੇ ਦੀ ਧੀ ਸੀ ਨਹੀਂ, ਤੂੰ ਐਵੇਂ ਡਰਦਾ ਇੱਥੇ ਸੌਵਾਂਗੇ।
ਮੈਂ ਕਿਹਾ ਚੰਗਾ ਜਿਸ ਦਿਨ ਮਰਜ਼ੀ ਹੈ। ਫਿਰ ਉਹ ਉੱਥੇ ਜੰਗਲ 'ਚ ਸੁੱਤੇ ਤੇ ਸ਼ੇਰ ਆਇਆ ਤੇ ਉਹ ਜਿਹੜਾ ਨਾਲ ਜਿਹੜਾ ਆਂਦਾ ਸੀ ਨਾ ਧਮਾਕੀ ਉੱਡ ਗਿਆ, ਉਹਨੂੰ ਸ਼ੇਰ ਨੇ ਮਾਰ ਦਿੱਤਾ। ਭਾਈ ਰਾਏ ਸਿੰਘ ਜਿਹੜਾ ਸੀ ਇਹਨੂੰ ਇਹ ਫਿਰ ਅਰਦਾਸਾਂ ਕਰਦਾ ਸੀ ਬਹੁਤ ਕਰਦਾ ਸੀ। ਸਤਿਗੁਰੂ ਰਾਮ ਸਿੰਘ ਨੇ ਘੋੜੀ ਚੜ੍ਹ ਕੇ ਉੱਥੇ ਜਾ ਕੇ ਉਹਦੀ ਸਹਾਇਤਾ ਕੀਤੀ ਸ਼ੇਰ ਤੋਂ। ਉਹਨੇ ਆਖਿਆ ਮੇਰੇ ਸਾਹਮਣੇ ਹੁਣ ਤੂੰ ਚੌਕੀ 'ਚ ਚਲਾ ਜਾ, ਤੈਨੂੰ ਕੁਛ ਨਹੀਂ ਆਖੇਗਾ ਸ਼ੇਰ। ਉਹ ਫਿਰ ਉੱਥੇ ਚਲਾ ਗਿਆ। ਉਹਦੇ ਸੱਚ ਬਾਈ ਨੇ ਉਪਦੇਸ਼ ਦਿੱਤਾ। ਮੈਂ ਜਿਹੜੀ ਗੱਲ ਕਰਦਾ ਹਾਂ ਬਈ ਸਤਸੰਗ ਜਿਹਨੂੰ ਕਿਸੇ ਪਾਸੇ ਵੀ ਲੱਗਾ ਨਾ, ਉਹ ਆਦਮੀ ਕਿਸੇ ਦੀ ਨਿੰਦਿਆ ਨਹੀਂ ਕਰਦਾ, ਬੁਰੀ ਗੱਲ ਨਹੀਂ ਕਰਦਾ। ਸਤਸੰਗ ਦਾ ਤਾਂ ਮਤਲਬ ਇਹ ਹੈ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਹੈ। ਉਹ ਹਰ ਵੇਲੇ ਚੰਗੀ ਗੱਲ ਕਰੇਗਾ, ਮਾੜੀ ਨਹੀਂ ਕਰੇਗਾ। ਇਸ ਵੇਲੇ ਨਾਂ ਤੇ ਸਤਸੰਗ ਦਾ ਹੁੰਦਾ ਅਤੇ ਉੱਥੇ ਅਸੀਂ ਇਲੈਕਸ਼ਨਾਂ ਦੀਆਂ ਗੱਲਾਂ ਅਤੇ ਹੋਰ ਸਾਰੀਆਂ ਗੱਲਾਂ ਨਹੀਂ, ਨਾਮ ਸੁਣਨ ਵਾਲੀ ਗੱਲ ਬਹੁਤ ਘੱਟ ਰਹੀ। ਉਹ ਸਿੱਖ ਨੂੰ ਸਬਰਾਂ ਬਚਾਇਆ। ਫਿਰ ਉੱਥੋਂ ਉਹ ਗਿਆ ਅਤੇ ਹਜ਼ੂਰ ਸਾਹਿਬ, ਉੱਥੇ ਉਹਨੇ ਸਾਰੀ ਮਰਿਆਦਾ ਲਿਖੀ। 3 ਮਹੀਨੇ ਉੱਥੇ ਰਿਹਾ, ਕਥਾ ਕੀਤੀ। ਸਾਰੇ ਸਿੰਘ ਬੜੇ ਉਹ ਖੁਸ਼ ਸਨ। ਫਿਰ ਉਹ ਸੁਪਨੇ ਦਿੱਤਾ ਦਰਸ਼ਨ ਸਤਿਗੁਰੂ ਰਾਮ ਸਿੰਘ ਨੇ ਵੀ ਤੂੰ ਵਾਪਸ ਆ। ਉਹਨਾਂ ਕਿਹਾ ਮੈਨੂੰ ਹੁਕਮ ਆ ਗਿਆ, ਮੈਂ ਹੁਣ ਵਾਪਸ ਜਾਣਾ। ਉੱਥੇ ਫਿਰ ਜਾ ਕੇ ਉਹਨੇ ਜਿੰਨੀ ਕਥਾ ਕੀਤੀ ਮੈਨੂੰ ਯਾਦ ਨਹੀਂ ਕਿੰਨੇ ਰੁਪਏ, ਫਿਰ 300 ਕਿ 3000 ਰੁਪਏ ਮੱਥਾ ਟੇਕਿਆ। ਅਤੇ ਉਹ ਉਹਨੇ ਆਖਿਆ ਵੀ ਇਹ ਗੁਰਦੁਆਰੇ ਦੀ ਭੇਟ ਹੈ, ਮੈਂ ਨਹੀਂ ਲੈਣੀ ਹੈ। ਅਤੇ ਖਰਚਾ ਵੀ ਕੋਲ ਕੋਈ ਨਹੀਂ ਸੀ। ਰਾਹ ਜਾਂਦਿਆਂ ਫਿਰ ਖਰਚਾ ਘੱਟ ਗਿਆ ਅਤੇ ਰੁੱਖਾਂ ਦੇ ਪੱਤੇ ਖਾਂਦਾ ਆਇਆ, ਪਰ ਮੰਗਿਆ ਨਹੀਂ ਕਿਸੇ ਤੋਂ ਕੁਛ। ਫਿਰ ਉਹਨੂੰ ਇੱਕ ਬੌਲੀ ਸੀ ਕਿਤੇ ਰਾਹ ਵਿੱਚ, ਉੱਥੋਂ ਪਾਣੀ ਪੀਣ ਲੱਗਾ, ਉੱਤਰ ਕੇ ਤੇ ਇੱਕ ਵਾਸਨੀ ਲੱਭੀ। ਅਤੇ ਉਹਦੇ 'ਚ ਕੁਛ ਅੰਗਰੇਜ਼ਾਂ ਦੇ ਰੁਪਈਏ ਸਨ, ਕੁਝ ਆਲਮਗੀਰੀ ਅਤੇ ਕੁਛ ਹੋਰ ਤਰ੍ਹਾਂ ਲਿਖਿਆ ਉਹਦੇ। ਫਿਰ ਉਹ ਵਾਸਨੀ ਲਟਕਾ ਲਈ ਉਹਨੇ ਵੀ ਜਿਹਦੀ ਕਿਸੇ ਦੀ ਹੋਈ ਪੁੱਛ ਲਿਆਗਾ। ਫਿਰ ਉਹਨੂੰ ਸਤਿਗੁਰਾਂ ਕਿਰਪਾ ਕਰਕੇ ਦੱਸਿਆ ਵੀ ਇਹ ਤੇਰੇ ਖਰਚੇ ਵਾਸਤੇ ਭੇਜੇ ਨੇ। ਫਿਰ ਉਹ 'ਚੋਂ ਖਰਚਾ ਲੈ ਕੇ ਅਤੇ ਫਿਰ ਉਹਨੇ ਸਾਰਾ ਵਾਪਸ ਆਇਆ। ਫਿਰ ਆਉਂਦਿਆਂ ਨੂੰ ਫਿਰ ਸਤਿਗੁਰਾਂ ਨੇ ਬਹੁਤ ਕਿਰਪਾ ਸੀ। ਇੱਕ ਗੁਲਾਮ ਪੀਰ ਨਾਂ ਦਾ ਮੁਸਲਮਾਨ, ਉਹਨੇ ਲਿਖਿਆ ਕਿ ਮੇਰੇ ਖਿਆਲ ਗੁਰੂ ਨਾਨਕ ਦੇ ਵੇਲੇ ਵੀ ਇੰਨੇ ਛੇਤੀ ਇੰਨੇ ਸਿੱਖ ਨਹੀਂ ਸਜੇ। 10 ਸਾਲਾਂ ਵਿੱਚ 7 ਲੱਖ ਸਿੱਖ ਸਤਿਗੁਰੂ ਨਾਮ ਸਿੰਘ ਨੇ ਸਜਾਇਆ। ਗੁਲਾਮ ਪੀਰ ਜਲੰਧਰੀ ਉਹਨੇ ਆਪਣੀ ਹਿਸਟਰੀ ਲਿਖਿਆ। ਨਾਨਕ ਕੋ ਵੀ ਜੇ ਖੇਤੀ ਮਤਲਬ ਉਹਨੇ ਆਖਿਆ ਵੀ ਇਹ ਮੌਕਾ ਨਾ ਮਿਲਿਆ, ਇਸ ਤਰ੍ਹਾਂ ਦਾ ਕੁਝ ਮੈਨੂੰ ਯਾਦ ਨਹੀਂ। ਉਹਨੇ ਉਰਦੂ 'ਚ ਲਿਖਿਆ। ਸਤਿਗੁਰੂ ਰਾਮ ਸਿੰਘ ਨੇ ਬੜੀ ਕਿਰਪਾ ਕੀਤੀ। ਸਿੱਖ ਬਣ ਕੇ ਕਿਸੇ ਦਾ ਬੁਰਾ ਨਹੀਂ ਮੰਗਣਾ, ਸੇਵਾ ਕਰਨੀ। ਸਤਿਗੁਰੂ ਰਾਮ ਸਿੰਘ ਆਪ ਕਿਰਪਾ ਕਰਦੇ ਸਨ ਬਈ ਪਛਾਣੇ ਨਾ ਜੇ ਬੇਪਛਾਣ ਹੋ ਕੇ ਝੁੰਮਣ ਬਾਟਾ ਕਰਕੇ ਤੜਕੇ ਜਾ ਕੇ ਸਿੱਖਾਂ ਦੇ ਇਸ਼ਨਾਨ ਕਰਾਉਣੇ ਖੂਹ 'ਤੇ ਜਾ ਕੇ ਆਪ ਗੜੇ ਬੈਠ ਕੇ। ਜਦੋਂ ਪਛਾਣ ਲੈਣਾ ਫਿਰ ਛੱਡ ਕੇ ਚਲੇ ਜਾਣਾ। ਕੋਈ ਨਾ ਇੱਕ ਸਿੱਖ ਸੱਚੇ ਪਾਤਸ਼ਾਹ ਇਸ਼ਨਾਨ ਕਰਨ ਲੱਗੇ ਅਤੇ ਉਹ ਗੜਵਾ ਫੜ ਕੇ ਨਾ ਪਾਣੀ ਦਾ ਕੱਢਿਆ ਨਹੀਂ, ਕੱਢ ਕੇ ਅਤੇ ਬਾਹਰ ਸੱਚੇ ਪਾਤਸ਼ਾਹ ਫੜ ਕੇ ਨਾ ਗੜਵਾ ਡੋਲ ਦਿੱਤਾ। ਫਿਰ ਉਹਨੂੰ ਕੱਢਿਆ, ਫਿਰ ਡੋਲਤਾ। ਉਹਨੇ ਆਖਿਆ ਜੀ ਕੀ ਗੱਲ? ਉਹਨੇ ਆਖਿਆ ਮੈਂ ਆਪ ਆਪਣਾ ਕੰਮ ਕਰਦਾ ਹਾਂ, ਕੋਈ ਸੇਵਾ ਕਰਾਉਣੀ, ਆਪ ਸੇਵਾ ਕਰਦਾ। ਇੱਕ ਮਾਈ ਭਾਂਡੇ ਮਾਂਜਦੀ ਹੁੰਦੀ ਸੀ, ਸਾਡੇ ਇਤਿਹਾਸ ਲਿਖਿਆ ਭਾਂਡੇ ਮਾਂਜਦੀ ਸੀ ਮਾਈ, ਅਤੇ ਸਤਿਗੁਰੂ ਰਾਮ ਸਿੰਘ ਨੇ ਜਾ ਕੇ ਉਹਦੇ ਕੋਲ ਖਲੋ ਜਾਣਾ, ਆਖਣਾ ਮਾਈ ਜਿੱਥੇ ਤੂੰ ਜਾਏਗੀ ਮੈਨੂੰ ਵੀ ਲੈ ਜਾ। ਇੱਕ ਮੇਰਾ ਸਤਿਗੁਰਾਂ ਨੇ ਸਿੱਖ ਬਣਾਏ ਜਿਹੜੇ ਭੂਰੇ ਗਲ 'ਚ ਪਾਉਂਦੇ ਸਨ ਅਤੇ ਸੋਧ ਰੱਖਦੇ ਸਨ, ਜ਼ਿਆਦਾ ਰੱਖਦੇ ਸਨ। ਉਹ ਜਿੱਥੇ ਬੈਠੇ ਸੱਚੇ ਪਾਤਸ਼ਾਹ ਆਪਣੇ ਆਸਣ ਤੋਂ ਉੱਠ ਕੇ ਨਾ ਉਹਨਾਂ ਸਿੱਖਾਂ ਵਿੱਚ ਜਾ ਕੇ ਬਹਿ ਗਏ ਅਤੇ ਕਦੀ ਕੀਤੀ ਸਿੱਖਾਂ ਨੇ ਸੱਚੇ ਪਾਤਸ਼ਾਹ ਆਪਣੇ ਆਸਣ 'ਤੇ ਚੱਲੋ, ਅੱਜ ਮੈਨੂੰ ਭੂਰੀਆਂ ਪਿਆਰੇ ਲੱਗਦੇ ਨੇ। ਇੱਕ ਵਾਰ ਮਸਤਾਨਗੜ੍ਹ ਤੋਂ ਅੰਮ੍ਰਿਤਸਰ ਨੂੰ ਜਾਂਦਿਆਂ ਜੀਪ 'ਤੇ ਮੈਂ ਆਪ ਜੀ ਦੇ ਨਾਲ ਸਾਂ। ਗਾਲੀ ਦੇ ਵਿੱਚ ਅੱਗੋਂ ਮਿਲ ਪਿਆ ਰੂਪ ਸਿੰਘ ਝੂੜਕਾਣੇ ਵਾਲਾ ਆਹੋ ਆਹੋ ਸੋਦੀ। ਪੈਰੀ ਪੋਵੇ ਪਾਏ, ਸਫ਼ਰ 'ਤੇ ਤੁਰਿਆ ਜਾਏ। ਪੈਰੀ ਪੋਵੇ ਪਾਏ, ਪੂਰੀ ਮੋਢੇ 'ਤੇ ਉਹ ਮਿਲ ਪਿਆ ਅੱਗੋਂ 'ਤੇ ਨਮਸਕਾਰ ਕੀਤੀ।
ਅੱਗੇ ਬਣਾ ਪਿੱਛੇ ਜਾ ਕੇ ਬਹਿ ਐ ਕਿਉਂ ਪਿੱਛੇ ਮੇਲੇ 'ਚ ਜਾਇਆ ਤੇ ਮੈਂ ਤੈਨੂੰ ਭੇਜਿਆ ਸੀ ਕਿਹਨੂੰ ਭੇਜਿਆ ਸੀ ਮੈਂ ਤਾਂ ਪਤਾ ਨਹੀਂ ਕਿ ਡੇਰਾ ਡੂਰਾ ਲੱਗਾ ਹੈ ਰੋਟੀ ਪਾਣੀ ਦਾ ਕੀ ਆਖਿਆ ਫਿਰ ਤੈਨੂੰ ਉਹਨੇ ਉਹਦਾ ਫਿਰ ਸਭ ਕੁਝ ਹੋਇਆ ਇੱਥੇ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ, ਇੱਥੇ ਸਭ ਥਾਂ ਮਿਲਦਾ ਹੈ। ਪਿੰਡਾਂ ਵਾਲੇ ਜਾਂਦੇ ਹੁੰਦੇ ਤੇ ਕੰਮ ਕਾਰ ਵੀ ਚੰਗਾ ਬਸ ਵੱਡੀ ਸੋਧ ਰੱਖੀ ਹੈ ਉਹ ਪਾ ਸਕਦਾ ਕੋਈ ਉਹਨੂੰ ਸੰਗ ਨਹੀਂ ਹੁੰਦੀ ਮੇਲੇ 'ਚ ਵੀ ਕਿਸੇ ਦੇ ਨਾਲ ਛੇਤੀ ਕਿਤੇ ਨਹੀਂ ਲੱਗਦਾ। ਬਹੁਤ ਇੱਥੇ ਵੀ ਬੈਠਾ ਜੀ ਇੱਕ ਸਾਲ ਜਰਜੀਤ ਸਿੰਘ ਇਹ ਤਾਂ ਹੁਣ ਸਾਡੇ ਨਾਲ ਲੱਗੀ ਸਮਾਂ ਹੀ ਅੱਜ ਬਾਜਾ ਨੂੰ ਤੇ ਲੈ ਗਏ ਨਾ ਪੜ ਕੇ ਭੈਣੀ ਸਾਹਿਬ ਬੈਠੇ ਤੇ ਸੂਬੇ ਸਨ ਨਾਲ ਬੜੇ ਭਜਨੀਕ ਸਿੱਖ ਸਨ ਕੁਝ ਬਾਜਾ ਆਖਣਗੇ ਬਈ ਬਾਣੀ ਬਹੁਤ ਚੀਜ਼ ਬਾਣੀ ਬੜੀ ਵੱਡੀ ਚੀਜ਼ ਹੈ ਬਾਣੀ ਬੜੀ ਚੀਜ਼ ਹੈ ਥੋੜ੍ਹਾ ਥੋੜ੍ਹਾ ਚਿਰ ਆਖਣਗੇ ਥੋੜ੍ਹੇ ਚਿਰ ਬਾਅਦ ਆਖਣਗੇ ਬਾਣੀ ਦੀ ਨਾੜ ਹੀ ਹੈ ਸਿੱਟਾ ਨਾਮ ਹੈ ਬਾਣੀ ਨਾਮ ਦੇ ਗੁਣਾਂ ਦੀ ਤਾਰੀਫ ਕਰਦੀ ਹੈ ਵੀ ਨਾਮ ਜਪੋ ਕਿ ਆ ਹੋ ਜਾਏਗਾ ਆ ਹੋ ਜਾਏਗਾ ਕੁਝ ਚਿਰ ਬਾਅਦ ਬੈਠੇ ਬੈਠੇ ਆਖਣਗੇ ਨਾਮ ਵੀ ਤੋ ਹੀ ਹੈ ਜਦੋਂ ਇਹ ਗੱਲ ਆਖੀ ਨਾ ਜਿਹੜੇ ਨਾਮ ਜਪਣ ਵਾਲੇ ਸਨ ਉਹ ਪਿੱਟਣ ਲੱਗ ਪਏ ਬਈ ਹੋਰ ਕਿਹੜੀ ਚੀਜ਼ ਹੈ ਅਸੀਂ ਤਾਂ ਨਾਮ ਜਪ ਜਪ ਕੇ ਹੁਕਮ ਦੇ ਨਾਲ ਇਸ ਤਰ੍ਹਾਂ ਕਰਦੇ ਹਾਂ ਉਹਨੇ ਆਖਿਆ ਬਾਬਾ ਜੀ ਜਿਹੜੀ ਗੱਲ ਹੈ ਜਿਹੜਾ ਭਜਨ ਕਰਕੇ ਨਾਮ ਜਪ ਕੇ ਤੇ ਜਿਹਨੂੰ ਵਿਸ਼ਵਾਸ ਨਹੀਂ ਨਾ ਆਪਣੇ ਗੁਰੂ ਦੇ ਵੀ ਇਹ ਕਾਰਪੁਰਖ ਹੈ ਉਹਦਾ ਬਾਣੀ ਪੜੀ ਭਜਨੀ ਤਾਂ ਸਭ ਨਿਸ਼ਵਰ ਜਾਂਦਾ ਨਾੜ ਦੀ ਲੋੜ ਹੈ ਨਾੜ ਦੇ ਵਿੱਚ ਪਾਣੀ ਜਾਣਾ ਹੈ ਸਿੱਟੇ ਦੀ ਲੋੜ ਹੈ ਸਿੱਟੇ ਦੇ ਵਿੱਚ ਦਾਣੇ ਨੇ ਪਲਣਾ ਹੈ ਦਾਣੇ ਨੇ ਪਲਣਾ ਹੈ ਤੇ ਉਹ ਰਾਖੀ ਹੋਣੀ ਉਹਦੇ ਵਿੱਚ ਧੋ ਹੈ ਅਗਲੇ ਪਾਸੇ ਪਰ ਤੇ ਉਹਦੇ ਵਿੱਚ ਦਾਣਾ ਨਹੀਂ ਸਿੱਧ ਕੇ ਦਾਣਾ ਤੇ ਫਿਰ ਉਹ ਸਾਰਾ ਧੋ ਹੈ ਇਸ ਤਰ੍ਹਾਂ ਵਿੱਚ ਬੈਠਾ ਕਿਰਪਾ ਕੀਤੀ ਹੈ ਬਾਣੀ ਦੇ ਲਿਖਿਆ ਵੀ ਸਤਿਗੁਰੂ ਹੀ ਸਾਰਾ ਕੁਝ ਭਗਵਾਨ ਦੇ ਅਕਾਲ ਪੁਰਖ ਜਾਂ ਵਾਰਬਾਮ ਸਾਰਾ ਸਤਿਗੁਰੂ ਹੈ ਸਵੀਆਂ ਪਟਿਆਂ ਨੇ ਲਿਖਿਆ ਪਰ ਮਸਲਾ ਕੁਝ ਭੇਜ ਨਹੀਂ ਗੁਰੂ ਅਰਜਨ ਪ੍ਰਤੱਖਾ ਇਦੋਂ ਹੋਰ ਕਿਹੜੇ ਸਾਨੂੰ ਪ੍ਰਮਾਣ ਮਿਲ ਸਕਦਾ ਜਿਹੜਾ ਸਭਾ ਬਾਣੀ ਦੁਆਰਾ ਪਰ ਉੱਥੇ ਇਹ ਦਿਸੇ ਕਿ ਗੁਰੂ ਵਿੱਚ ਸਾਰਾ ਕੁਝ ਸਾਰਾ ਕੁਝ ਕਰਨ ਵਾਲਾ ਇੱਥੇ ਮਨ ਟਿਕੇ ਤਾਂ ਗੁਰੂ ਕਿਰਪਾ ਕਰੇ ਤੇ ਬਹੁਤ ਵੱਡੀ ਗੱਲ ਬਹੁਤ ਕਿਰਪਾ ਕੀਤੀ ਮੈਂ ਇੱਕ ਕੁਮਾਰੁਲ ਭੱਟ ਹੋਇਆ ਕਿਸੇ ਵਿੱਚ ਗਿਆ ਉਹਨੇ ਉਹਨੂੰ ਬੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਤੇ ਉਹਨੂੰ ਇੱਕ ਬੜੇ ਉੱਚੇ ਥਾਂ ਤੋਂ ਸੁੱਟਿਆ ਕਿਸੇ ਪਹਾੜ ਤੋਂ ਤੇ ਉਹਨੇ ਆਖਿਆ ਜੇ ਮੇਰਾ ਗੁਰੂ ਸੱਚਾ ਤੇ ਮੈਂ ਨਹੀਂ ਮਰਦਾ ਉਹ ਡਿੱਗਿਆ ਤੇ ਉਹਦੇ ਨਾਲ ਕੋਈ ਅੰਗੂਠਾ ਜਾਂ ਉਂਗਲ ਕੋਈ ਟੁੱਟ ਗਈ ਮੈਂ ਕਿਹਾ ਤੇਰੀ ਉਂਗਲ ਟੁੱਟ ਗਈ ਆਂਦਾ ਇਹ ਮੇਰਾ ਗੁਰੂ ਮੈਂ ਆਖਿਆ ਜੇ ਮੇਰਾ ਗੁਰੂ ਹਾਂ ਜੀ ਵਾਲੀ ਗੱਲ ਜਿਹੜੇ ਇਹੋ ਜਿਹੀ ਪੜ੍ਹਾਈ ਪੜ੍ਹਦੇ ਨੇ ਇਹੋ ਜਿਹੀਆਂ ਗੱਲਾਂ ਸੁਣਦੇ ਨੇ ਫਿਰ ਉਹਨਾਂ ਦਾ ਮਨ ਇਸ ਪਾਸੇ ਲੱਗਦਾ ਹੈ ਕਿਰਪਾ ਕਰਦੇ ਨੇ ਬੜੇ ਕਾਲਜਾਂ ਵਿੱਚ ਮੁੰਡੇ ਪੜ੍ਹਦੇ ਤੇ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ ਪਰ ਕਦੇ ਕਦੇ ਇੱਕ ਮੁੰਡਾ ਉਹਦੀ ਤਸਵੀਰ ਆਉਂਦੀ ਹੈ ਵੀ ਇਹ ਸਾਰੀ ਯੂਨੀਵਰਸਿਟੀ ਟੌਪ ਮੁੜ ਕੇ ਸਾਰੇ ਉਹ ਇਹ ਨਹੀਂ ਕਰਦੇ ਵੀ ਉਹਦੇ ਫਸਟ ਤੇ ਕੋਈ ਨਾ ਹੀ ਛੱਡਦੀ ਹੈ ਇਸ ਤਰ੍ਹਾਂ ਨਹੀਂ ਕਰਦੇ ਇੱਧਰ ਨਾਮ ਜਪਣ ਵਾਲੇ ਪਾਸੇ ਕਈ ਵਾਰ ਨਾ ਦਿਲ ਟੁੱਟ ਜਾਂਦਾ ਆਦਮੀ ਦਾ ਕੋਈ ਉਹ ਨਾਮ ਜਪਦਾ ਸੀ ਇਸ ਤਰ੍ਹਾਂ ਇਸ ਤੈਨੂੰ ਪਤਾ ਇੱਕ ਕਥਾ ਲਿਖੀ ਹੈ ਇੱਕ ਆਦਮੀ ਸੀ ਉਹ ਭਜਨ ਕਰਨ ਵਾਲਾ ਸੀ ਉਹ ਕਿਸੇ ਸਾਧੂ ਕੋਲ ਗਿਆ ਉਹਨੂੰ ਆਂਦਾ ਭਈ ਇਹ ਦੱਸ ਵੀ ਮੇਰੇ ਜਨਮ ਕਿੰਨੇ ਕੁ ਰਹਿੰਦੇ ਨੇ ਬਾਕੀ ਉਹ ਜਿਹੜੇ ਦਰਖਤ ਥੱਲੇ ਬੈਠਾ ਸੀ ਨਾ ਉਹਨੂੰ ਆਂਦਾ ਜਿੰਨੇ ਆ ਦਰਖਤ ਦੇ ਪੱਤੇ ਨੇ ਨਾ ਇੰਨੇ ਤੇਰੇ ਜਨਮ ਨੇ ਉਹ ਉੱਠ ਕੇ ਨਾ ਨੱਚਣ ਲੱਗ ਪਿਆ ਉਹਨੂੰ ਪੁੱਛਿਆ ਗਿਆ ਨੇ ਵੀ ਦਰਖਤ ਦੇ ਪੱਤੇ ਦੇ ਬੜੇ ਨੇ ਬੜਾ ਖੁਸ਼ ਹੋ ਗਿਆ ਆਂਦਾ ਇਹ ਪੱਤੇ ਗਿਣੇ ਜਾਣ ਵਾਲੇ ਨੇ ਜੇ ਮੈਨੂੰ ਆ ਦਿੰਦਾ ਵੀ ਤੇਰੇ ਅਣਗਿਣਤ ਜਨਮ ਦੇ ਮੈਂ ਕੀ ਕਰ ਸਕਦਾ ਉਹ ਚੰਗੇ ਵਾਲੇ ਪਾਸੇ ਦੀ ਗੱਲ ਹੌਸਲਾ ਨਹੀਂ ਤੋੜਿਆ ਸਤਿਗੁਰੂ ਸ਼ਰਧਾ ਹੋ ਜਾਏ ਤਾਂ ਬਹੁਤ ਵਧੀਆ ਗੱਲ ਹੈ ਪਰ ਜੇ ਕਿੰਤੂ ਹੋ ਜਾਏ ਤਾਂ ਉਹ ਬਹੁਤ ਮਾੜਾ ਹੀ ਹੋ ਜਾਂਦਾ ਕੰਮ ਉਹ ਸਤਿਗੁਰੂ ਸਾਹਿਬ ਸਮਰੱਥ ਸਾਰਾ ਕੁਝ ਜਾਣਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੇਲੇ ਇੱਕ ਮੌਲਵੀ ਆਇਆ ਉਸ ਕਥਾ ਲਿਖਿਆ ਉਹਦਾ ਇਤਿਹਾਸ ਲਿਖਿਆ ਮੈਂ ਕਹੀ ਧਾਰਮਿਕ
ਇੰਨੇ ਉੱਥੇ ਮਕਾਨ ਵਗੈਰਾ ਬਣ ਰਹੇ ਸੀ। ਉਹਨਾਂ ਆਖਿਆ ਮੈਨੂੰ ਇਹ ਦੱਸੋ ਵੀ ਕੀ ਗੱਲ। ਉਹਨਾਂ ਆਖਿਆ ਤੂੰ ਰਾਤ ਰੋ ਇੱਥੇ, ਕੱਲ੍ਹ ਨੂੰ ਤੈਨੂੰ ਦੱਸਾਂਗੇ। ਰਾਤ ਉਹ ਅਕਾਲ ਤੋਂ ਦਾ ਰੂਪ ਸਾਰਾ ਕੁਝ ਜਾਣਦੇ ਸਨ ਅਤੇ ਕਿਸ ਤਰ੍ਹਾਂ ਕਰ ਸਕਦੇ ਸਨ ਮੌਲਵੀ ਨੂੰ ਸਮਝਾਉਣ ਵਾਸਤੇ। ਰਾਤ ਨੂੰ ਮੌਲਵੀ ਨੂੰ ਸੁਪਨਾ ਆਇਆ ਭਈ ਇੱਕ ਜੰਗਲ ਦੇ ਵਿੱਚ ਸ਼ੇਰ ਰਹਿੰਦਾ ਹੈ, ਸ਼ੇਰ ਦਾ ਘੁਰਨਾ ਹੈ। ਉੱਥੇ ਮੀਂਹ ਤੇ ਗੜੇ ਆ ਗਏ ਅਤੇ ਬੱਕਰੀ ਭੱਜ ਕੇ ਨਾ ਘੁਰਨੇ 'ਚ ਵੜ ਗਈ। ਉਹ ਘੁਰਨੇ 'ਚ ਵੜ ਗਈ ਅਤੇ ਜਦੋਂ ਬਾਅਦ ਸ਼ੇਰ ਆਇਆ, ਸ਼ੇਰ ਨੇ ਦੇਖਿਆ ਵੀ ਬੱਕਰੀ ਵੜ ਗਈ ਘੁਰਨੇ। ਉਹ ਬਾਹਰ ਹੀ ਬੈਠਾ ਰਿਹਾ। ਮੇਰੇ ਤਾਂ ਇਹਨਾਂ ਨੇ ਮੁਸ਼ਕਿਲ ਹੈ ਕਿ ਇਹਨੇ ਮਰ ਜਾਣਾ। ਉਹ ਬਾਹਰ ਬੈਠਾ, ਉਹ ਮਰ ਗਿਆ ਅਤੇ ਮੌਲਵੀ ਦੇ ਸਾਹਮਣੇ ਉਹਦੀ ਜਿਹੜੀ ਜੀਵਾਤਮਾ ਹੈ ਨਾ, ਉਹਨੂੰ ਵਿਵਾਨ ਲੈਣ ਵਾਸਤੇ ਆਏ ਦਰਗਾਹ ਤੋਂ। ਉਹਨੂੰ ਲਿਜਾ ਕੇ ਤੇ ਉੱਤੇ ਲਿਜਾ ਕੇ ਇੱਕ ਬਹੁਤ ਵੱਡੇ ਪੰਗੂੜੇ ਪਾਲਣੇ 'ਚ ਬਿਠਾ ਕੇ ਤੇ ਉੱਥੇ ਉਹਦੇ ਸੇਵਾਦਾਰ ਲਾਤੇ ਜਿਹੜਾ ਉਹਦਾ ਝੂਟਾ ਦੇਣ ਉੱਤੇ। ਫਿਰ ਉਹ ਸਵੇਰੇ ਮੌਲਵੀ ਉੱਠਿਆ, ਉਹਨੇ ਕਿਹਾ ਮੈਨੂੰ ਦੱਸੋ। ਉਹਨੇ ਕਿਹਾ ਤੈਨੂੰ ਪਤਾ ਨਹੀਂ ਲੱਗਾ ਜੀ ਰਾਤ? ਉਹਨੇ ਕਿਹਾ ਜੀ ਮੈਨੂੰ ਆ ਸੁਪਨਾ ਆਇਆ। ਉਹਨਾਂ ਕਿਹਾ ਗੱਲ ਇਹ ਹੈ, ਉਹ ਸ਼ੇਰ ਨੇ ਇੱਕ ਸ਼ੈਲਟਰ ਦਿੱਤਾ, ਇੱਕ ਪਨਾਹ ਦਿੱਤੀ ਬੱਕਰੀ ਨੂੰ। ਇਹ ਗੱਲ ਵੀ ਇੱਥੇ ਆ ਕੇ ਜਿਹੜੇ ਸਿੱਖ ਆਉਂਦੇ ਨੇ ਉਹਨਾਂ ਨੂੰ ਇਸ ਥਾਂ ਮਿਲੇਗਾ ਅਤੇ ਉਹਨਾਂ ਵਾਸਤੇ ਪੈਸੇ ਦੀ ਗੱਲ। ਉਹਨੂੰ ਪੂਰੀ ਜੀਵਾਤਮਾ ਨੂੰ ਕਿਸ ਤਰ੍ਹਾਂ ਤੇਰੇ ਸਾਹਮਣੇ ਹੋਇਆ। ਕੋਈ ਮਿਸਾਲ ਨਹੀਂ ਮਿਲਦੀ ਮੁझे ਇਸ ਤਰ੍ਹਾਂ ਘਬਰਾने के बाद। ਇੱਕ ਸੰਤ ਜਿਉਣ ਸਿੰਘ ਹੋਰੀ ਸਨ। ਉਹ ਮੇਰੀ ਲੜਕੀ ਜਿਹਨਾਂ ਨੂੰ ਲਿਆਈ ਨਾ ਜਗਤਾਰ ਸਿੰਘ ਇਹਨਾਂ ਦੇ ਉੱਪਰ ਦਾਤੇ ਬਜ਼ੁਰਗ ਸਨ, ਵੱਡੇ ਬਜ਼ੁਰਗ। ਸਰਿਆੜੀ ਪਿੰਡ ਅੰਮ੍ਰਿਤਸਰ ਜ਼ਿਲ੍ਹੇ। ਸਿੱਖ ਵੀ ਕਿਸ ਤਰ੍ਹਾਂ ਬਣੇ ਉਹ। ਇਹਨਾਂ ਦੇ ਜਿਹੜੇ ਬਜ਼ੁਰਗ ਸਨ ਨਾ, ਉਹ ਸ਼ਾਮ ਸਿੰਘ ਜੀ ਸਨ। ਸ਼ਾਮ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਨੇ ਦਿੱਤਾ ਭਜਨ। ਉਹਨਾਂ ਦਿਨਾਂ 'ਚ ਇਹ ਵੇਖ ਲਓ, ਇਸ ਵੇਲੇ ਕੋਈ 125 ਸਾਲ ਪਹਿਲਾਂ ਦੀ ਗੱਲ, 125 ਸਾਲ, 7 ਲੱਖ ਦੀ ਸਾਮੀ ਸਨ ਉਹਨਾਂ ਦਿਨਾਂ 'ਚ। ਕੀ ਭਾਵੇਂ ਕਰ ਪਿਆ ਸੀ। ਅਤੇ ਜਦੋਂ ਭਜਨ ਪੁੱਛਿਆ ਨਾ ਅਤੇ ਸਤਿਗੁਰਾਂ ਉਹਨਾਂ ਨੂੰ ਬਿਆਨ ਕਰਾ ਦਿੱਤਾ। ਉਹਨੇ ਕਿਹਾ ਆਹ ਜਿਹੜੇ ਇੰਨੇ ਪੈਸੇ ਨੇ ਇਹ ਮੇਰੇ 'ਚ ਨਹੀਂ ਹੈਗੇ। ਜਿਹੜੀਆਂ ਉਹਨਾਂ ਨੇ ਮੈਨੂੰ ਯਾਦ ਨਹੀਂ, ਮਨ ਕੱਚੇ ਦਾ ਰੋਜ਼ ਦਾ ਹਵਨ ਕਰਨਾ ਸ਼ੁਰੂ ਕੀਤਾ, ਗਰੀਬਾਂ ਨੂੰ ਦੇਣਾ ਸ਼ੁਰੂ ਕੀਤਾ। ਜਿਹੜੀਆਂ ਲਹਿਣੇ ਦੀਆਂ ਵਹੀਆਂ ਸਨ ਸਾਰੀਆਂ ਲਿਆ ਕੇ, ਇੱਕ ਹਰੀਆ ਉਹਨਾਂ ਦਾ ਨੌਕਰ ਸੀ, ਉਹਨੂੰ ਚੁਕਾ ਕੇ ਇੱਕ ਖੂਹ ਦੇ ਵਿੱਚ ਸਾਰੀਆਂ ਸੁਟਾ ਦੀਆਂ। ਮੈਂ ਨਹੀਂ ਲੈਣਾ ਕਿਸੇ। ਉਹਨਾਂ ਦੇ ਅੱਗੋਂ ਪੁੱਤਰ ਸਨ ਮੀਆਂ ਸਿੰਘ ਜਿਉਂ ਸਿੰਘ। ਅਤੇ ਪਹਿਲੋਂ ਭਜਨ ਮੀਆਂ ਸਿੰਘ ਹੋਰਾਂ ਨੇ ਪੁੱਛਿਆ। ਉਹ ਖਾਂਦੇ ਪੀਂਦੇ ਸਨ ਸਾਰੇ। ਸਤਿਗੁਰਾਂ ਕਿਰਪਾ ਕੀਤੀ ਸਤਿਗੁਰੂ ਰਾਮ ਸਿੰਘ ਨੇ, ਅਤੇ ਉਹ ਸਾਰਾ ਖਾਣਾ ਪੀਣਾ ਛੁੱਟ ਗਿਆ। ਅਤੇ ਜਿਉਣ ਸਿੰਘ ਜਿਹੜਾ ਸੀ ਨਾ, ਇਹ ਕਾਬੂ ਨਾ ਆਵੇ। ਅਤੇ ਉਹਨਾਂ ਨੇ ਸ਼ਾਮ ਸਿੰਘ ਨੂੰ ਆਖਿਆ ਸੱਚੇ ਪਾਤਸ਼ਾਹ ਇਹਨੂੰ ਕਾਬੂ ਕਰੋ। ਉਹ ਭੱਜ ਗਿਆ। ਅਤੇ ਬਾਬਾ ਸ਼ਾਮ ਸਿੰਘ ਦੀ ਵੱਡੀ ਨਹੀਂ ਸੀ ਉੱਠਦੀ। ਉਹਨਾਂ ਬੜਾ ਤਗੜਾ ਪ੍ਰਤਾਪ ਸੀ ਉਹਨਾਂ ਦਾ। ਅਤੇ ਫੜ ਕੇ ਮੰਗਵਾਇਆ, ਅੱਗੇ ਮੰਗਵਾ ਕੇ ਭਜਨ ਦੇ ਦਿੱਤਾ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ। ਫਿਰ ਉਹ ਇੱਥੇ ਪਹੁੰਚ ਗਏ ਜਿਸ ਤਰ੍ਹਾਂ ਉਹ ਹਜ਼ੂਰ ਨੇ ਕਹਿੰਦੇ ਇਹਨਾਂ ਦਾ ਹੱਕ ਮੈਂ ਖੁਦਾ। ਉਹਨਾਂ ਕਿਹਾ ਵੀ ਮੈਂ ਰੱਬ ਹਾਂ। ਇਸ ਤਰ੍ਹਾਂ ਆਖਣਾ ਸ਼ੁਰੂ ਕਰਤਾ। ਇੱਕ ਉਸੇ ਨਸ਼ਈ ਹੈ ਮੁਸਲਮਾਨ ਸਨ, ਉਹ ਮੇਲਾ ਲਾਉਂਦੇ ਸਨ ਉੱਥੇ। ਉਹਨਾਂ ਨੇ ਮੇਲੇ ਜਾ ਕੇ ਉਹਨਾਂ ਨੇ ਆਖਿਆ ਵੀ ਮੈਂ ਖੁਦਾ। ਉਹ ਇੱਕ ਹੈਗਾ ਸੀ ਉਹਨਾਂ ਦਾ ਜਿਹੜਾ ਵੱਡਾ ਕੋਈ ਪ੍ਰਚਾਰਕ, ਆਖਿਆ ਮੈਂ ਖੁਦਾ ਦਾ ਪਿਓ। ਜਦੋਂ ਆਖਿਆ ਤੇ ਆਖਣ ਲੱਗੇ ਵੀ ਸਾਰੇ ਜਲਸੇ ਵਾਲੇ ਚੁੱਪ ਕਰ ਜਾਓ, ਤੁਸੀਂ ਇਹ ਦੱਸੋ ਵੀ ਤੁਸੀਂ ਕਦੇ ਖੁਦਾ ਦਾ ਪਿਓ ਸੁਣਿਆ? ਖੁਦਾ ਦਾ ਪਿਓ ਤਾਂ ਨਹੀਂ ਖਾਈਏ। ਉਹਨਾਂ ਆਖਿਆ ਵੀ ਗਾਂ ਰਸੂਲ ਦਾ ਮਾਸ ਲਿਆਓ, ਇਕੱਠੇ ਕਰਕੇ ਖਾਈਏ। ਜਦੋਂ ਇਹ ਗੱਲ ਕੀਤੀ ਨਾ ਤੇ ਉਹ ਭੱਜ ਗਿਆ। ਸਾਰੇ ਲੋਕ ਆਖਣਾ ਫਿਰ ਤੇਰਾ ਝੂਠੇ ਖੁਦਾ ਦੇ ਪਿਓ ਦਾ ਖਾਣ ਪੀਣਾ ਤਾਂ ਮੈਂ ਹੈ ਸੀ, ਪਰ ਉਹਨੂੰ ਮਤਲਬ ਭਜਾ ਦਿੱਤਾ।
ਤੇ ਉਹਨਾਂ ਨੇ ਮੇਰਾ ਨਾ ਪਾਠ ਕਰਦੇ ਹੁੰਦੇ ਸਨ, ਚੁਬਾਰੇ 'ਚ ਪਾਠ ਕਰਦੇ ਸਨ, ਤੇ ਉਹ ਕਿਤੇ ਚਲੇ ਗਏ, ਬੂਹਾ ਖੁੱਲ੍ਹਾ ਰਹਿ ਗਿਆ, ਕਿ ਬਾਂਦਰੀ ਲਿਆ ਕੇ ਨਾ ਉਹ ਪੱਤਰੇ ਪਾੜ ਦਿੱਤੇ। ਮੈਂ ਤੂੰ ਪੱਤਰੇ ਪਾੜਦੇ ਨੇ, ਤੈਨੂੰ ਅੱਜ ਸ਼ਾਮ ਤੱਕ ਪਤਾ ਲੱਗ ਜਾਏਗਾ। ਸ਼ਾਮ ਨੂੰ ਬਾਂਦਰੀ ਕੁੱਤਿਆਂ ਨੇ ਪਾੜਤੀ। ਤੇ ਇੱਕ ਵਾਰ ਲਾਹੌਰ ਹੋਲਾ ਸੀ ਉਸ ਸਾਲ ਹੀ ਮੈਨੂੰ ਯਾਦ, ਉੱਥੇ ਰਾਗੀ ਸ਼ਬਦ ਪੜ੍ਹਨ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਮ ਬੜੀ ਹੈ। ਤੇ ਉਹ ਨਾ ਜਾ ਕੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ, ਉੱਤੇ ਬਹਿ ਕੇ ਨਾ ਗ੍ਰੰਥ ਸਾਹਿਬ ਦੇ ਆਂਦੇ ਨੇ ਮੈਂ ਜਿਹਨੇ ਇਹ ਕਾਬੂ ਕੀਤੇ, ਸਤਿਗੁਰੂ ਰਾਮ ਸਿੰਘ ਦੀ ਕਿਰਪਾ ਨਾਲ ਕੀਤੇ। ਤੇ ਉੱਥੋਂ ਫਿਰ ਸਤਿਗੁਰੂ ਰਾਮ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਦੀ ਗੱਲ ਹੈ, ਸਤਿਗੁਰਾਂ ਨੇ ਫਿਰ ਉਹਨਾਂ ਨੂੰ ਕੱਢ ਦਿੱਤਾ ਵੀ ਤੂੰ ਬੇਅਦਬੀ ਕੀਤੀ ਹੈ। ਲਾਹੌਰ ਦੇ ਹੋਲੇ 'ਚੋਂ ਕੱਢਿਆ। ਤੇ ਵਿਸਾਖੀ ਥੋੜ੍ਹੇ ਦਿਨ ਬਾਅਦ ਹੀ ਆਉਂਦੀ ਹੈ ਹੋਲੇ ਤੋਂ। ਅੰਮ੍ਰਿਤਸਰ ਵਿਸਾਖੀ 'ਤੇ ਗਏ, ਉਦੋਂ ਇੱਕ ਠਾਕਰ, ਉਹਨਾਂ ਨੂੰ ਠਾਕਰ ਕਰਕੇ ਆਉਂਦੇ ਸਨ, ਕੇਸਰ ਸਿੰਘ ਉਹਨਾਂ ਦਾ ਨਾਂ ਸੀ, ਕੇਸਰ ਕਿੱਲੀ ਵੀ ਆਉਂਦੇ ਸਨ, ਮੁਹਾਵਾ ਪਿੰਡ ਅੰਮ੍ਰਿਤਸਰ ਦੇ ਕੋਲ, ਉੱਥੋਂ ਦੇ ਸਨ। ਅਤੇ ਬੜਾ ਪਿੰਡ ਕਰਦੇ ਸਨ, ਬਹੁਤ ਪਹੁੰਚੇ ਸਨ। ਉਹ ਮਾਰਿਆ ਠਾਕਰ ਫਿਰ ਮੈਂ ਦੱਸਿਆ 67 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦੇ ਸਨ, 1.25 ਲੱਖ ਪਾਠ ਭਜਨ ਦਾ, ਅਤੇ ਹੋਰ ਕਿੰਨੀ ਨਿਤਨੇਮ ਸਚਵਾਇਆ। ਆਖਿਆ ਉਹ ਸਾਡੇ ਕੋਲ ਸੁਣਨਾ ਹੀ ਬੜੇ ਮੁਸ਼ਕਿਲ ਹੈ ਇੰਨੇ। ਅਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੇ ਸਰਦਾ ਨਹੀਂ ਸਨ ਉਸ ਤਰ੍ਹਾਂ ਰੱਖਦੇ, ਅਤੇ ਸਤਿਗੁਰਾਂ ਨੂੰ ਮੱਥਾ ਨਹੀਂ ਸਨ ਟੇਕਦੇ, ਪਿਆਰ ਦਿੰਦੇ ਸਿਰ ਤੇ ਆ। 50 ਸਰੀਰ ਬੜੇ ਭਜਨੀਕ ਉਹਨਾਂ ਨਾਲ ਰਹਿਣੇ ਹਰ ਵੇਲੇ। ਉਹਨਾਂ ਨੇ ਫਿਰ ਆ ਕੇ ਖਲੋ ਕੇ ਗਲ 'ਚ ਪੱਲਾ ਪਾ ਕੇ ਅਤੇ ਜਿਉਂ ਤਰ੍ਹਾਂ ਨੂੰ ਬਖਸ਼ਾਇਆ। ਵੀ ਰਜਵਾਏ ਦਾ ਉਦੇਸ਼ ਆਪਣੇ ਰਿਕਾਰਡ ਹੋਇਆ ਵੀ ਉਹਨਾਂ ਨੂੰ ਪਤਾ ਸੀ ਸਿੱਖ ਦਾ ਬਾਹਰ ਜਾਣ ਦਾ ਕੀ ਤਕਲੀਫ ਹੈ ਉਹਨੂੰ, ਵੀ ਬਾਹਰ ਨਿਕਲ ਜਾਣ ਦਾ। ਅਤੇ ਉਹਨਾਂ ਨੇ ਫਿਰ ਆਖਿਆ ਵੀ ਪਾਤਸ਼ਾਹ ਬਖਸ਼, ਉਹਨਾਂ ਨੇ ਬਖਸ਼ਾਇਆ ਉਹਨਾਂ ਨੂੰ। ਅਤੇ ਉਹ ਠਾਕਰ ਮਾਲੇ ਵਾਲੇ ਜਿਹੜੇ ਸਨ ਨਾ, ਇੱਕ ਵਾਰ ਇਸ ਤਰ੍ਹਾਂ ਉਹਨਾਂ ਨੇ ਕੀਤਾ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਮੱਥਾ ਟੇਕਣ ਬਾਹਰ ਦੁਆਨ ਤੋਂ ਚਲੇ ਜਾਣ, ਫਿਰ ਆ ਕੇ ਮੱਥਾ ਟੇਕਣ। ਉਹਨਾਂ ਦੀ ਇਦੋਂ ਪਹਿਲਾਂ ਦੀ ਗੱਲ ਹੈ ਵੀ ਸਤਿਗੁਰੂ ਰਾਮ ਸਿੰਘ ਵੇਲੇ ਨਾ ਇੱਕ ਲੀਕ ਕੱਢ ਕੇ ਨਾ ਉਹਨੇ ਜਿਹੜੇ ਰਾਮੇ ਦੇ ਨਹੀਂ ਦੂਰ ਜਾਣ, ਜਿਹੜੇ ਕੇਸਰ ਦੇ ਨਹੀਂ ਦੂਰ ਜਾਣ। ਅਤੇ ਅਜੇ ਸਿੱਖ ਜਿਹੜੇ ਨਾਲ ਦੇ ਸੋਚਦੇ ਸਨ, ਆਪ ਛਾਲ ਮਾਰ ਕੇ ਪਰਲੇ ਪਾਸੇ ਜਾ ਕੇ ਆਉਂਦੇ ਮੈਂ ਰਾਮੇ ਦਾ। ਉਹਨਾਂ ਨੂੰ ਜਾਚ ਦੱਸੀ ਵੀ ਇਹ ਸਾਧ ਦੇ ਮਗਰ ਨਹੀਂ ਲੱਗਣਾ, ਗੁਰੂ ਦੇ ਮਗਰ ਲੱਗਣਾ। ਅਤੇ ਫਿਰ ਉਹ ਮੱਥਾ ਟੇਕਣ ਦੇ ਬਾਹਰ ਚਲੇ ਜਾਣ, ਫਿਰ ਮੱਥਾ ਟੇਕਣ ਬਾਹਰ ਚਲੇ ਜਾਣ। ਸਿੱਖਾਂ ਪੁੱਛਿਆ ਵੀ ਅੱਗੇ ਤੁਸੀਂ ਮੱਥੇ ਇਹਨਾਂ ਨੂੰ ਟੇਕਦੇ ਨੇ, ਪਿਆਰ ਦਿੰਦੇ ਹੋ, ਅਤੇ ਹੁਣ ਤੁਸੀਂ ਇੰਨੇ ਮੱਥੇ ਕਿਉਂ ਟੇਕਣ ਲੱਗੇ? ਉਹਨਾਂ ਕਿਹਾ ਬੱਚਾ ਮੈਂ ਇਸ ਸੰਸਾਰ ਤੋਂ ਚਲੇ ਜਾਣਾ, ਮੈਂ ਵੇਖਣ ਗਿਆ ਸਾਂ ਵੀ ਅੱਗੇ ਕਿੱਥੇ ਜਾਣਾ, ਕਿੱਡੀ ਪਹੁੰਚ ਹੈ। ਤੁਸੀਂ ਢੋਲੋ ਜੀ ਹੁਣ ਤੁਹਾਨੂੰ ਵੇਖਣ ਜਾਓਗੇ ਵੀ ਥਾਂ ਕਿਸ ਤਰ੍ਹਾਂ ਦਾ। ਉੱਥੇ ਮੈਂ ਗਿਆ ਅਤੇ ਉੱਥੇ ਇਹੋ ਹੀ ਸਤਿਗੁਰੂ ਉੱਤੇ ਬੈਠਾ, ਇਹਦੇ ਬਿਨਾਂ ਅੱਗੇ ਦਰਗਾਹ 'ਚ ਮੈਨੂੰ ਅਤੇ ਮੈਂ ਇਸ ਵਾਸਤੇ ਹੁਣ ਮੱਥੇ ਟੇਕਦਾ ਵੀ ਮੈਂ ਇਹਨੂੰ ਮੁੜ ਕੇ ਜਨਮ ਨਾ ਧਾਰਨਾ, ਮੈਂ ਮੱਥੇ ਟੇਕਣ ਵਾਸਤੇ। ਜਿਸ ਤਰ੍ਹਾਂ ਦੇ ਬੜੇ ਸਤਿਗੁਰੂ ਸਨ। ਨਸ਼ਹਿਰੇ ਪਨਵਾ ਦਾ ਇੱਕ ਸਿੰਘ ਸੀ, ਨਾਂ ਨਹੀਂ ਆ ਰਿਹਾ, ਗੰਗਾ ਸਿੰਘ ਲੰਬੜਦਾਰ ਹੁਣੇ ਹੀ ਸ਼ਾਇਦ ਚੜ੍ਹਾਈ ਕੀਤਾ, ਉਹਦਾ ਦਾਦਾ ਸੀ। ਉਹਦੇ ਪੁੱਤਰ ਨੇ ਆ ਕੇ ਆਖਿਆ ਬਈ, ਉਹਨਾਂ ਨੂੰ ਬੜਾ ਪਿਆਰ ਸੀ ਠਾਕਰਾਂ ਨਾਲ, ਬਈ ਮੇਰਾ ਪਿਤਾ ਜਿਹੜਾ ਨਾ ਉਹ ਚੜ੍ਹਾਈ ਕਰ ਚੱਲਿਆ, ਮੇਰੇ ਤਾਂ ਇੰਨੇ ਕੰਮ ਹੋਏ ਨੇ, ਤੁਹਾਡਾ ਤੁਸੀਂ ਉਹ 'ਤੇ ਕਿਰਪਾ ਕਰੋ। ਆਨੰਦ ਜਾ ਨਾਨਕ ਦੀ ਕਾਰ 'ਚ ਉਹਨੂੰ 10 ਸਾਲ ਹੋ ਦਿੱਤੇ, ਉਹ ਫਿਰ ਪੂਰੇ 10 ਸਾਲ ਹੋ ਦਿੱਤੇ। ਇਸ ਤਰ੍ਹਾਂ ਦੀ ਸਿੱਧ ਪਰਿਸਥਿਤੀ। ਨਿਧਾਨ ਸਿੰਘ ਆਲਮ ਸ਼ਾਇਦ ਤੁਸੀਂ ਦੇਖਿਆ, ਤੁਸੀਂ ਵੀ ਨਾਂ ਸੁਣਿਆ ਹੋਣਾ ਨਿਧਾਨ ਸਿੰਘ ਆਲਮ। ਇਹ ਪੱਕੇ ਸਿੰਘ ਜ਼ਬੀਏ ਸਨ, ਇਹ ਫੌਜ ਸਨ। ਅਤੇ ਮਾਈ ਇਹਦੀ ਦੀ ਮਾਂ ਨੇ ਆਖਿਆ ਬਈ ਨਿਧਾਨ ਸਿੰਘ ਠਾਕਰ ਆਏ ਨੇ ਆਪਣੇ ਪਿੰਡ, ਅਤੇ ਉਹਨਾਂ ਨੂੰ ਜਾ ਅੱਜ ਤੱਕ ਘਰ ਆਉ ਜਾ ਕੇ। ਫਿਰ ਆਉਂਦਾ ਉਹਦੇ ਫੰਡੀਆਂ ਜੀ ਖਿੰਦਰੀਆਂ ਨੇ, ਉਹਦੇ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ, ਮੈਂ ਨਹੀਂ ਉਹਨੂੰ ਜਾ ਕੇ ਆਖਣਾ। ਅਤੇ ਉਹ ਫਿਰ ਉਹਨੇ ਪ੍ਰਚਾਰ ਜੋ ਕਿ ਉਹਨੂੰ ਕਰ ਦਿੱਤਾ। ਅਤੇ
ਇਸ ਤਰ੍ਹਾਂ ਡਿਊਟੀ 'ਚ ਲੰਘੇ ਜਿਸ ਅੰਦਰ ਗਏ ਨਾ, ਤੇ ਇੱਕ ਬਿਸ਼ਨ ਸਿੰਘ ਮੰਤ ਸੀ ਚੇਲੇ ਗਿਆ ਦਾ, ਉਹ ਨਾਲ ਬੈਠਾ ਸੀ ਉਹਨਾਂ ਨੇ ਠਾਕਰਾ ਨੇ ਆਲੂ ਨੂੰ ਵੇਖਿਆ ਨਾ, ਆਉਂਦੇ ਨੂੰ ਆਉਂਦੇ ਨੇ ਪੁੱਤ ਆ ਗਿਆ ਹੈ। ਇੰਨੀ ਗੱਲ ਕੀਤੀ ਤਾਂ ਆਲਮ ਜਿਹੜਾ ਸੀ ਜਿਹੜਾ ਡਿੱਗ ਗਿਆ, ਬੇਹੋਸ਼ ਹੋ ਗਿਆ। ਵਾਹ ਬੇਹੋਸ਼ ਹੋ ਗਿਆ ਤੇ ਮੈਂ ਪਿਛਲੇ ਜਨਮ ਫਲਾਣਾ ਸਾਂ, ਉਦੋਂ ਮੈਂ ਪਿਛਲੇ ਜਨਮ ਫਲਾਣਾ ਸਾਂ, ਫਲਾਣੇ ਥਾਂ ਜੋ ਲੱਗਾ ਉਹ ਗੱਲ ਕਰਦੇ, ਇਸ ਤਰ੍ਹਾਂ ਦੀ ਗੱਲ ਕਰੀ ਜਾਣਗੇ ਉਹੀ। ਤੇ ਠਾਕਰਾ ਨੇ ਆਖਿਆ ਉਹਨੂੰ, ਮਤਲਬ ਜਿਹਨੂੰ ਜਾਇਜ਼ ਕਰਨ ਭਜਦੇ ਨੇ, ਉਹਨੂੰ ਭਜਨ ਦੇ ਦਿੱਤਾ। ਜਿਸ ਵੇਲੇ ਹੋਸ਼ ਆਈ ਉਹਨੂੰ ਲੱਗਾ ਭਜਨ ਦਾ, ਮੈਂ ਬੇਹੋਸ਼ ਹੋ ਗਿਆ, ਭਜਨ ਦੇਤਾ, ਮੈਨੂੰ ਹੋਸ਼ ਨਹੀਂ, ਉਹ ਭਜਨ ਨਹੀਂ ਲੈਣਾ। ਤੇ ਉਹਨਾਂ ਦਾ ਕੋਈ ਫੌਜ ਦੀ ਨੌਕਰੀ ਦਾ ਕੰਮ ਸੀ, ਮੈਨੂੰ ਯਾਦ ਨਹੀਂ ਕੀ ਸੀ। ਤੇ ਉਹ ਠਾਕਰਾ ਆਖਿਆ ਹੋ ਜਾਣਾ, ਉਹ ਜਿਸ ਤਰ੍ਹਾਂ ਠਾਕਰਾ ਆਖਿਆ ਉਸ ਤਰ੍ਹਾਂ ਹੋ ਗਿਆ। ਤੇ ਉਹਨੂੰ ਨੇ ਪੁੱਤ ਤੇਰੇ ਸਿਰ ਤੇ ਛਤਰ ਚੱਲਣਾ। ਹੌਲੀ ਹੌਲੀ ਉਹ ਨਾਮਧਾਰੀ ਬਣ, ਪਹਿਲਾਂ ਤਾਂ ਆਉਂਦੇ ਹੀ ਨਾ ਉਹਨਾਂ ਨੇ, ਜਿਸ ਤਰ੍ਹਾਂ ਆਮ ਤੌਰ 'ਤੇ ਰਿਵਾਜ ਅੱਜ ਕੱਲ੍ਹ ਉਹ ਹੁੰਦੇ ਆ ਨਾ ਬਈ ਪੈਰੀ ਪੈਣਾ ਜਾਗਰਤਾ ਹੈ, ਵਾਹਿਗੁਰੂ ਜੀ ਖਾਲਸਾ, ਇਸ ਤਰ੍ਹਾਂ ਗੱਲ ਕਰਦੇ। ਅਤੇ ਉਸ ਤਰ੍ਹਾਂ ਹੀ ਉਹਨਾਂ ਨੇ ਕੀਤਾ, ਅਤੇ ਉਹ ਜਿਸ ਵੇਲੇ ਭਜਨ ਲੈ ਲਿਆ, ਫਿਰ ਉਹ ਸਿੱਖ ਬਣ ਗਏ। ਫਿਰ ਆਪਣਾ ਕੰਮ ਕਰਦੇ ਰਹੇ। ਮੈਨੂੰ ਸਾਰੇ ਭਜਨ ਨਹੀਂ ਯਾਦ, ਉਹਨਾਂ ਨੇ ਬਹੁਤ ਸਾਰੇ ਉਹਨਾਂ ਨੇ ਭਜਨ ਦੱਸੇ। ਅਤੇ ਜਿਸ ਵੇਲੇ ਇੱਕ ਵਾਰ ਨਾ ਅੰਮ੍ਰਿਤਸਰ ਕਾਂਗਰਸ ਦਾ ਸੈਸ਼ਨ ਸੀ, ਉਹ ਜਿਸ ਬੰਦੇ ਨੇ ਆਉਣਾ ਸੀ ਉਹ ਨਾ ਆਇਆ। ਆਲਮ ਜੀ ਨੂੰ ਉਠਾ ਕੇ ਨਾ ਉਹ ਟਾਂਗੇ 'ਤੇ ਜਾਂ ਜਿਹੜਾ ਕੋਈ ਉਹਨਾਂ ਨੇ ਵਾਹਨ ਬਣਾਇਆ ਸੀ, ਅਤੇ ਉਹਦੇ 'ਤੇ ਇੱਕ ਛਤਰ ਚੱਲਿਆ। ਜਦੋਂ ਛਤਰ ਚੱਲਿਆ ਨਾ ਉਹਦੇ 'ਤੇ, ਫਿਰ ਉਹਨਾਂ ਨੂੰ ਯਾਦ ਆਇਆ, ਉਹਨਾਂ ਦਾ ਅੱਖਾਂ 'ਚ ਪਾਣੀ ਆ ਗਿਆ ਵੀ ਠਾਕਰਾ ਨੇ ਆਖਿਆ ਕਿ ਉਸੇ 'ਤੇ ਛਤਰ ਚੱਲਣਾ। ਇਸ ਤਰ੍ਹਾਂ ਭਜਨ ਦਾ ਬੜੇ, ਮੈਂ ਵੀ ਉਹਨਾਂ ਨੇ ਦਰਸ਼ਨ ਕੀਤੇ ਨੇ। ਸੰਤ ਕਰਮ ਸਿੰਘ ਹੋਰੀ ਸਨ, ਹਿੰਮਤਪੁਰਾ ਪਿੰਡ ਅਤੇ ਮੋਗੇ ਦੇ ਕੋਲ, ਉੱਥੋਂ ਦੇ। ਉਹਨਾਂ ਨੇ ਗੁਰੂ ਹਰੀ ਸਿੰਘ ਵੇਲੇ ਉਹਨਾਂ ਨਾਲ ਇੱਕ ਸਿੱਖ ਸੀ, ਉਹਨੇ ਆਖਿਆ ਵੀ ਮੈਨੂੰ ਗੁਰੂ ਹਰੀ ਸਿੰਘ ਕੋਲ ਥਾਪੀ ਦਵਾ। ਉਹ ਲੈ ਗਿਆ, ਤਾਂ ਉਹਨਾਂ ਨੇ ਥਾਪੀ ਦੇ ਕੇ ਆਖਿਆ ਗੁਰੂ ਸਿੰਘ ਇਹ ਤਾਂ ਬੜਾ ਸੰਤ। ਅਤੇ ਉਹ ਫਿਰ ਬੜੇ ਭਜਨੀਕ ਹੋਏ ਨੇ। ਮੈਂ ਸਤਿਗੁਰੂ ਪ੍ਰਤਾਪ ਸਿੰਘ ਜੀ ਬਾਦਸ਼ਾਹ ਵੇਲੇ ਉਹਨਾਂ ਨੇ ਬੜੇ ਦਰਸ਼ਨ ਕੀਤੇ ਨੇ। ਸਤਿਗੁਰਾਂ ਦੇ ਸਾਹਮਣੇ ਖਲੋਂਦੇ ਸਨ, ਦੀਵਾਨ ਦੇ ਪਿਛਲੇ ਪਾਸੇ ਜਾ ਕੇ। ਇੱਕ ਟਕੂਆ ਸਫਾ ਜੰਗ ਉਹਨਾਂ ਦੇ ਹੱਥ ਹੁੰਦਾ ਸੀ, ਸ਼ਿਕਲੀ ਕੁੜਤੀ ਸੀ, ਬੋਸਕੀ ਦੀ ਪਾਈ ਸੀ, ਕਿੱਲੇ ਵਾਲਾ ਜੋੜਾ ਸਾਹਮਣੇ। ਮੈਨੂੰ ਐਂ ਲੱਗਦਾ ਜਿਸ ਤਰ੍ਹਾਂ ਅੱਖਾਂ ਚਮਕਦੇ ਨਹੀਂ, ਉਹ ਸਾਹਮਣੇ ਵੇਂਦੇ ਨਹੀਂ। ਅਤੇ ਫਿਰ ਕਿਸੇ ਵੇਲੇ ਸਿੱਖਾਂ ਨੇ ਬੱਚਿਆਂ ਨੂੰ ਜਗਾਇਆ, ਦੱਸਦਾ ਮੈਨੂੰ ਜਗਾਇਆ ਨਾ ਕਰੋ, ਮੈਂ ਜਦੋਂ ਸੌਂਦਾ ਨਾ, ਸਤਿਗੁਰੂ ਪ੍ਰਤਾਪ ਸਿੰਘ ਨਾਲ ਮੇਰੀ ਜੱਫੀ ਉਦੋਂ ਪੈਂਦੀ ਆ। ਅਤੇ ਫਿਰ ਤੋਂ ਇਹ ਗੱਲ ਬੜੀ ਯਾਦ ਆ ਗਈ। ਹੋਰ ਗੱਲ ਇੱਕ ਹਜ਼ਰਤ ਮੂਸਾ ਅਲੈਹਿ ਸਲਾਮ ਜਿਹੜੇ ਸਨ ਨਾ, ਉਹਦਾ ਇੱਕ ਸੇਵਕ ਬਣਿਆ ਸਾਬਰ। ਸਾਬਰ ਨੇ ਆਖਿਆ ਵੀ ਮੇਰੀ ਯਾਰੀ ਅਕਾਲ ਪੁਰਖ ਨਾ ਪਵਾ ਦੇ, ਰੱਬ ਨਾ ਪਵਾ ਦੇ, ਖੁਦਾ ਨਾ ਮੇਰੀ ਯਾਰੀ ਪਵਾ ਦੇ। ਉਹਨੇ ਆਖਿਆ ਬਈ ਮੈਂ ਪੁੱਛ ਕੇ ਦੱਸਾਂਗਾ। ਉਹਨੇ ਪੁੱਛਿਆ, ਉਹਨੇ ਆਖਿਆ ਯਾਰੀ ਤਾਂ ਪਾ ਲੈ, ਪਰ ਜੇ ਮੇਰੇ ਨਾਲ ਯਾਰੀ ਪਾਏਗਾ ਤਾਂ ਦੁਨੀਆਦਾਰੀ ਤੇਰੀ ਖਤਮ ਹੋ ਜਾਣੀ, ਤੇਰਾ ਦੁਨੀਆਦਾਰੀ ਦਾ ਨੁਕਸਾਨ ਬਹੁਤ ਹੋਣਾ, ਅਤੇ ਤੇਰਾ ਸਰੀਰ ਵੀ ਬਿਮਾਰ ਹੋ ਜਾਏਗਾ। ਉਹਨਾਂ ਆਖਿਆ ਮੈਨੂੰ ਸਾਰੀਆਂ ਗੱਲਾਂ ਮਨਜ਼ੂਰ ਨੇ, ਪਰ ਇਹ ਕਰ। ਉਹ ਜਿਸ ਵੇਲੇ ਉਹ ਕੰਮ ਸ਼ੁਰੂ ਹੋਇਆ, ਅਤੇ ਪੁੱਤਰ ਮਰ ਗਿਆ ਜਾਂ ਹੋਰ ਘਰ ਨਸ਼ਟ ਹੋਣਾ ਸ਼ੁਰੂ ਹੋ ਗਿਆ, ਸੰਪੱਤੀ ਖਰਾਬ ਹੋ ਗਈ। ਕਰਦਿਆਂ ਕਰਦਿਆਂ ਉਹ ਬਿਮਾਰ ਹੋ ਗਿਆ। ਸਾਬਰ ਜਿਹੜਾ ਬਿਮਾਰ ਹੋ ਗਿਆ, ਉਹਦੀ ਕੁੱਲੀ ਬਾਹਰ ਪਾਤੀ ਆਪਣੇ ਪਿੰਡ ਤੋਂ। ਇੰਨਾ ਬਿਮਾਰ ਹੋ ਗਿਆ ਵੀ ਸਾਰੇ ਉਹਦੇ ਸਰੀਰ 'ਤੇ ਕੀੜੇ ਚੱਲ ਗਏ, ਅਤੇ ਫਿਰ ਉਹਦੀ ਜ਼ੁਬਾਨ 'ਤੇ ਕੀੜੀ ਪਾਈ, ਖਾਧਾ ਵੀ ਨਾ ਜਾਵੇ। ਇਸ ਹਾਲਤ 'ਚ ਕਦੇ ਆਦਮੀ ਨੂੰ ਬਿਮਾਰ ਨੂੰ ਨੀਂਦ ਨਹੀਂ ਆਉਂਦੀ, ਉਹਨੂੰ ਆ ਗਈ ਨੀਂਦ। ਅਤੇ ਮੂਸਾ ਨੇ ਸੋਚਿਆ ਮੇਰਾ ਇੱਕ ਯਾਰ ਸੀ, ਅਤੇ ਮੈਂ ਜਾ ਕੇ ਪਤਾ ਨਹੀਂ ਕਰ ਆਇਆ ਉਹਦਾ ਕੀ ਹਾਲ। ਪਤਾ ਕੀਤਾ ਪਿੰਡੋਂ ਬਾਹਰ, ਉੱਥੇ ਜਾ ਕੇ ਨਾ ਉਹਨੇ ਉਹਨੂੰ ਜਾ ਜਗਾਇਆ ਜਾਂਦਾ। ਉਹ ਬੜਾ ਮਾੜਾ ਕੰਮ ਕੀਤਾ। ਕਹਿੰਦਾ ਕੀ ਗੱਲ? ਆਂਦਾ ਇੰਨਾ ਕੁਝ ਦੇ ਕੇ ਤਾਂ ਅੱਜ ਮੇਰੀ ਖੁਦਾ ਨਾਲ ਜੱਫੀ ਪਈ ਸੀ। ਕਿੰਨੇ ਮੁੱਲ ਤਾਰੇ ਨੇ ਲੋਕਾਂ ਨੇ। ਉਹ ਸੰਤ ਕਰਮ ਸਿੰਘ ਇਹ ਗੱਲ ਵੀ ਮੈਂ ਜਦੋਂ ਸੁਣਨਾ ਮੇਰੀ ਸਤਿਗੁਰੂ ਪ੍ਰਤਾਪ ਸਿੰਘ ਨਾਲ ਜੱਫੀ ਪਈ, ਅਤੇ ਉਹ ਇੰਨੇ ਸਿੱਧਪੁਰੀ ਸਨ। ਕਈ ਆਦਮੀ ਨੇ ਕੋਈ ਜਿੱਥੇ ਜਿੱਥੇ ਕਿਸੇ ਦੀ ਸਟੇਜ ਸਤਿਗੁਰਾਂ ਨੇ ਬਣਾਤੀ, ਉੱਥੇ ਉੱਥੇ ਚੱਲਦੀ ਗੱਲ। ਭਈ ਕੋਈ ਗੱਲ ਦੱਸ ਦਿਓ ਅਤੇ ਫਿਰ ਉਹ ਗਾਂ ਗੱਲ ਨਹੀਂ ਚੱਲਦੀ। ਪਰ ਉਹਨਾਂ ਦੇ ਉੱਤੇ ਕੋਈ ਬੰਧਨ ਨਹੀਂ ਸੀ। ਅਤੇ ਅਖੰਡ ਪਾਠ, ਮੇਰਾ ਅਖੰਡ ਪਾਠ ਕਰਾ ਦਿਓ। ਖੰਡ ਘਿਓ ਲਿਆ ਕੇ ਡੰਗਰਾਂ ਨੂੰ ਅਖੰਡ ਪਾਠ ਹੋ ਗਿਆ। ਕਈਆਂ ਕੋਲੋਂ ਰਸਤ ਲੈਣੀ, ਤੇ ਉਹਨਾਂ ਨੂੰ ਪੈਸੇ ਨਾ ਦੇਣੇ। ਅਤੇ ਉਹ ਇੱਕ ਖੱਤਰੀ ਸੀ, ਮੇਰੇ ਘਰ ਰੋਟੀ ਆਉਂਦਾ ਸੀ। ਮਤਲਬ ਕਿਹੜਾ ਸੰਤ ਜਿਹੜਾ ਪੈਸੇ ਨਹੀਂ ਦਿੰਦਾ, ਮੈਂ ਪੈਸੇ ਲੈ ਕੇ ਖਾਵਾਂਗਾ। ਉਹਦੇ ਕੋਲ ਸਮਾਨ ਲਿਆ, ਪੈਸੇ ਦਿੱਤੇ ਨਾ, ਅਤੇ ਉਹ ਗਿਆ
ਆਂਦਾ ਮੈਨੂੰ ਨਾ ਜਾ ਕੇ ਮੈਨੂੰ ਹੌਸਲਾ ਹੀ ਨਹੀਂ ਪੈਂਦਾ ਆਖਣ ਦਾ ਉਹਨਾਂ ਨੂੰ ਵੀ ਤੁਸੀਂ ਪੈਸੇ ਦਿਓ, ਬੜਾ ਹੌਸਲੇ ਵਾਪਸ। ਅਤੇ ਇਸ ਤਰ੍ਹਾਂ ਇੱਕ ਸਾਡੇ ਗੁਲਜ਼ਾਰ ਸਿੰਘ ਨਾ ਆਪਣਾ ਮੇਰੇ ਨਾਲ ਸੇਵਾਦਾਰ ਰਿਹਾ, ਉਹਦੇ ਪਿੰਡ ਦੀ ਇੱਕ ਬਸੰਤ ਕੌਰ ਸੀ। ਉਹਨੇ ਸਾਂਝੀ ਮੇਰੇ ਘਰ ਪੁੱਤਰ ਨਹੀਂ ਹੈ। ਉਹਨੇ ਆਖਿਆ ਉਹ ਜਦੋਂ ਪੁੱਤਰ ਕੋ ਮੰਗਦਾ ਇਹਨਾਂ ਦੇ ਤੂੰ ਗਹਿਣੇ ਲਿਆ ਦਿਆ। ਉਹਨੇ ਆਖਿਆ ਤੂੰ ਆਪਣੇ ਕੋਈ ਗਹਿਣੇ ਲਿਆ ਕੇ ਦੇ। ਉਹਨੇ ਗਹਿਣੇ ਲਿਆ ਗਹਿਣੇ ਲਿਆ ਤੇ ਅਗਲੇ ਸਾਲ ਸੰਤ ਆਏ, ਆਂਦੀ ਜੀ ਗਹਿਣੇ ਦਿੱਤੇ ਰਹਿਣ, ਮੇਰੇ ਪੁੱਤਰ ਨਹੀਂ ਆਇਆ। ਉਹਨੇ ਗਹਿਣੇ ਤੋਂ ਉਹਨੇ ਧੀ ਦੇ ਦਿੱਤਾ, ਮੇਰੇ ਪੁੱਤਰ ਹੋ ਗਿਆ। ਤੇ ਇੱਕ ਸਿੰਘ ਸੀ, ਉਹਦੇ ਨਾਲ ਪੁੱਤਰ ਨਹੀਂ ਸੀ। ਉਹਨੇ ਆਖਿਆ ਜੀ ਪੁੱਤਰ ਗਏ। ਉਹਨੇ ਆਖਿਆ ਪੁੱਤਰ ਹੋ ਜਾਏਗਾ, ਅਖੰਡ ਪਾਠ ਕਰਾ ਦੇ। ਪੁੱਤਰ ਹੋ ਗਿਆ, ਅਖੰਡ ਪਾਠ ਨਾ ਕਰਾਇਆ। ਅਗਲੇ ਸਾਲ ਸਾਨੂੰ ਗਏ, ਅਖੰਡ ਪਾਠ ਜੀ ਆਹ ਕੰਮ ਹੋ ਗਿਆ। ਅੱਛਾ ਜਗ੍ਹਾ ਆਪਣਾ ਪੁੱਤਰ ਲੈ ਜਾਓ, ਉੱਥੇ ਪੁੱਤਰ ਮਰ ਗਿਆ। ਫਿਰ ਅੱਜ ਕਿਤੇ ਫੇਰ ਹੋ ਗਿਆ। ਤੇ ਇਸ ਤਰ੍ਹਾਂ ਜਿਸ ਤਰ੍ਹਾਂ ਬੋਝੇ 'ਚੋਂ ਕੱਢ ਕੇ ਦੇਣ ਨੂੰ ਢੇਰ ਲੱਗਦੀ ਹੈ। ਇੱਕ ਚੱਕ ਪਿੰਡ ਹੈ ਮਲੇਰਕੋਟਲੇ ਦੇ ਕੋਲ, ਦੋ ਪਿੰਡ ਨੇ, ਇੱਕ ਚੱਕ। ਛੋਟੇ ਚੱਕ ਦਾ ਸਿੰਘ ਹੈਗਾ ਜੀ ਚੰਨਣ ਸਿੰਘ, ਥੋੜ੍ਹਾ ਜਿਹਾ ਜਿਹੜਾ ਕੀਤੇ ਉਹ ਸੰਤਾਂ ਦੀ ਸ਼ਰਨ 'ਚ ਆਇਆ ਅਤੇ ਪਿੰਡ ਵਾਲਿਆਂ ਆਖਿਆ ਇਹਦੇ ਪੁੱਤਰ ਨਹੀਂ ਹੈਗਾ, ਅਤੇ ਪੁੱਤਰ ਲੈਣ ਵਾਸਤੇ ਕੂਕਾ ਬਣਿਆ ਅਤੇ ਉਹਨੂੰ ਹਾਲ ਕਰ ਸੰਤਾਂ ਕਿ ਕੀ ਉਹਨੇ ਕਿਹਾ ਕਰਨਾ ਨੇ। ਉਹਨੇ ਨੇ ਜਾ ਆਪਣੀ ਘਰਵਾਲੀ ਨੂੰ ਲਿਆ। ਉਹ ਪਿੰਡਾਂ 'ਚ ਰਿਵਾਜ਼ ਜਿਸ ਤਰ੍ਹਾਂ ਹੁੰਦਾ, ਉਹ ਸੱਤ 'ਚ ਨਹੀਂ ਸੀ ਆਉਂਦੀ, ਸੰਗਦੀ ਸੀ। ਉਹਨਾਂ ਕਿਹਾ ਨਹੀਂ ਆਉਂਦੀ, ਅਤੇ ਉਹਨੂੰ ਜਾ ਕੇ ਪੁੱਛਿਆ ਪੁੱਤਰ ਦੋ ਹੋਣਗੇ, ਇਕੱਲੇ ਇਕੱਲੇ ਹੋਣਗੇ, ਇਕੱਲਾ ਇਕੱਲਾ ਇਕੱਠੇ ਹੋ ਜਾਣ। ਉਹ ਆਂਦੀ ਜੀ ਇਕੱਠੇ ਇਕੱਲੇ ਹੁਣ ਇਕੱਠੇ ਸਾਂਭੇ ਨਹੀਂ ਜਾਣੇ। ਉਹ ਸਭ ਰਲ ਕੇ ਇਕੱਲੇ ਇਕੱਲੇ ਦੋ ਪੁੱਤਰ ਹੋਏ, ਦੋਵੇਂ ਮਾਸਟਰ ਲੱਗੇ ਨੇ। ਇਸ ਪਿਤਾ ਮਾਤਾ ਵੀ ਹੁਣੇ ਥੋੜ੍ਹਾ ਜਿਹਾ ਰਹਿ ਕੀਤੇ। ਇਸ ਤਰ੍ਹਾਂ ਦੇ ਉਹ ਤੇ ਸਭ ਸੱਚੇ ਪਾਤਸ਼ਾਹ ਦੇ ਘਰ 'ਚ ਕੋਈ ਹਿਸਾਬ ਨਹੀਂ ਵੀ ਕਿੰਨੇ ਕਿੰਨੇ ਸਵਰਨ ਨੇ ਬਣਾਏ। ਇੱਕ ਜਿਹੜਾ ਅਤਰ ਸਿੰਘ ਹੁੰਦਾ ਸੀ, ਤੁਸੀਂ ਉਹਦਾ ਨਾਂ ਸੁਣਿਆ ਹੋਣਾ, ਉਹ ਸੰਭੜੇ ਆਉਂਦੇ ਸਨ, ਬੜੇ ਭਾਰੇ ਜੀ, ਬੜੇ ਭਾਰੇ ਸਨ। ਬੜੀ ਜਦੋਂ ਦੀਵਾਨ ਲਾਉਂਦੇ ਸਨ ਨਾ, ਇੱਕ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਕਿਹੜੇ ਸ਼ਹਿਰ ਗਏ ਅਤੇ ਉਹ ਇੱਕ ਬਟਕੀ ਸੁਣਾਉਂਦੇ ਹੁੰਦੇ ਸੀ। ਅਤੇ ਮੈਂ ਦੁੱਧ ਵੇਚਾਂ ਮੈਂ ਦੁੱਧ ਦਹੀਂ, ਮੇਰੇ ਸਿਰ 'ਤੇ ਬਟਕੀ ਵੇ ਮੈਂ ਵੇਚਾਂ ਦੁੱਧ ਦਹੀਂ। ਜਦੋਂ ਬਟਕੀ ਸੁਣਾਉਂਦੇ ਸੀ ਨਾ, ਉਦੋਂ ਕੋਈ ਨਾ ਕੋਈ ਗੜਵਾ ਸਿਰ 'ਤੇ ਰੱਖ ਕੇ ਅਤੇ ਉਹਨਾਂ ਨੇ ਨੱਚਣਾ। ਅਤੇ ਇੱਕ ਕੋਈ ਦੂਜੇ ਸਿੰਘ ਸਨ ਉਸ ਤਰ੍ਹਾਂ ਦੇ ਵਿਚਾਰਿਆਂ ਦੇ, ਉਹਨਾਂ ਨੇ ਨਾ ਗੜਵੇ 'ਚ ਪਾਣੀ ਪਾ ਕੇ ਰੱਖ ਦਿੱਤਾ। ਜਦੋਂ ਆਏ ਨਾ ਉਹ ਰੰਗ ਵਿੱਚ ਉਹਨਾਂ ਗੜਵਾ ਮੰਗਿਆ ਅਤੇ ਗੜਵਾ ਪਾਣੀ ਵਾਲਾ ਫੜਾਤਾ। ਉਸ ਤਰ੍ਹਾਂ ਦੀ ਗੜਵਾ ਪਾਣੀ ਦਾ ਸਿਰ 'ਤੇ ਟਿਕਾ ਕੇ ਇੰਨਾ ਨੱਚੇ ਨੇ, ਗੜਵਾ ਜਿਹੜਾ ਜੰਮ ਹੀ ਗਿਆ, ਨਾਲ ਪਾਣੀ ਡੁੱਲੇ ਹੀ ਨਹੀਂ। ਇਸ ਤਰ੍ਹਾਂ ਅਤੇ ਇੱਕ ਸਿੰਘ ਹੈਗਾ ਆਪਣੇ ਗੁਰਮੁਖ ਸਿੰਘ ਖਾਲੇ ਦਾ, ਢੋਲਕੀ ਵੀ ਆਉਂਦਾ। ਉਹਦੀ ਮਾਂ ਉਹਨਾਂ ਦੇ ਘਰ ਇੱਕ ਸਿੰਘ ਆਉਂਦਾ ਹੁੰਦਾ ਸੀ, ਸਾਧੂ ਸੀ ਜੜਾਵਾਂ ਵਾਲਾ। ਅਤੇ ਉਹ ਆ ਕੇ ਉਹਦੇ ਘਰ ਬੈਠਾ, ਅਤੇ ਉਹ ਬਾਈ ਨੇ ਆਖਿਆ ਸਨ ਜੀ ਮੇਰੇ ਪੁੱਤਰ ਨੂੰ ਬੁਖਾਰ ਨਹੀਂ ਛੱਡਦਾ। ਉਹਨਾਂ ਨੇ ਨਾ ਉਹਦੇ ਢਿੱਡ ਦੇ ਪੈਰ ਲਾਇਆ ਉਸ ਸਾਧ ਨੇ, ਅਤੇ ਆਖਾਂਗੇ ਹੁਣ ਤਾਪ ਨਹੀਂ ਛੱਡਦਾ। ਉਹਨੂੰ ਅਜੇ ਤੱਕ ਤਾਪ ਨਹੀਂ ਛੱਡ ਰਿਹਾ। ਅਤੇ ਇੰਨਾ ਤਾਕਤ ਵਾਲਾ ਸਾਧ, ਉਹ ਬੈਠਾ ਪੈੜੀ ਦੀ ਰਿਸ਼ਤੇ 'ਚ, ਜੜਾਵਾਂ ਬੜੀਆਂ ਭਾਰੀਆਂ, ਅਤੇ ਸੰਤਾਂ ਤਰਸਾਂ ਲਾਇਆ ਦੋਹਾਂ ਨੇ। ਸਿੱਖਾ ਆਖਿਆ ਵੀ ਉਹ ਮੰਜੇ 'ਤੇ ਬੈਠਾ ਉਹਨੂੰ ਉਤਾਰ ਦੀ, ਸੰਤਾਂ ਆਖਿਆ ਨਾ ਉਤਾਰੋ। ਉਹਨੂੰ ਫਿਰ ਵੀ ਜਾ ਆਖਿਆ, ਉਹਨਾਂ ਆਖਿਆ ਮੈਂ ਨਹੀਂ ਉਤਰਦਾ ਮੰਜੇ ਤੋਂ। ਅਤੇ ਸੰਤ ਫਿਰ ਜਦੋਂ ਰੰਗ ਵਿੱਚ ਆਉਂਦੇ ਸਨ, ਇੱਕ ਖੜਤਾਲਾਂ ਦਾ ਨਾਮ ਉਹਨਾਂ ਨੇ ਰੱਖਿਆ ਸੀ ਇੰਦਰਮੋਣੀਆਂ। ਉਹਦਾ ਮਤਲਬ ਵੀ ਜਦੋਂ ਉਹ ਖੜਤਾਲਾਂ ਫੜ ਲੈਂਦੇ ਸੀ, ਬਾਰਿਸ਼ ਜ਼ਰੂਰ ਆ ਜਾਂਦੀ। ਬਗੈਰ ਟੁੱਟੇ ਪੌੜੀ ਹੁੰਦੀ ਸੀ ਮਹਾਰਾਜ ਜੀ, ਲੱਗੀ ਉਹਦੀ ਛੱਤ ਦੇ ਨਾਲ ਜੀ। ਠੀਕ ਹੈ। ਉਹ ਕਿਸੇ ਵੀ ਡੰਡੇ ਚੜ੍ਹਦੇ, ਉਹਨੇ ਇੱਦਾਂ ਹੀ ਦੌੜ ਕੇ ਚੜ੍ਹ ਜਾਣਾ ਜੀ, ਠੀਕ ਹੈ। ਅਤੇ ਕੋਠੇ ਤੋਂ ਫਿਰ ਛਾਲ ਮਾਰਦੇ। ਠੀਕ ਹੈ, ਅਸੀਂ ਦੇਖਦੇ ਗਏ ਠੀਕ ਹੈ, ਠੀਕ ਹੈ। ਸਿੱਧਾ ਹੀ ਚੜ੍ਹ ਜਾਣਾ, ਸਿੱਧੇ ਫਿਰ ਛਾਲ ਮਾਰਦੇ, ਕੋਠੇ ਛਾਲ ਹੀ ਮਾਰਦੇ। ਛਾਲ ਹੀ ਮਾਰਦੇ। ਇੰਨੀ ਗੌਰ ਚੱਲਦੇ। ਫਿਰ ਉਹ ਰੰਗ 'ਚ ਸਨ, ਉੱਥੇ ਫਿਰ ਸੱਟ ਰੱਬ ਬਣਿਆ ਹੋਇਆ, ਰੱਬ ਨੂੰ ਕਿੱਥੇ ਸੱਟ ਲੱਗਣੀ। ਫਿਰ ਉਹ ਖੜਤਾਲਾਂ ਫੜੀਆਂ, ਅਤੇ ਸਾਧੂ ਨੂੰ ਆਖਿਆ ਵੀ ਸਾਧੂ ਜੀ ਸਾਹਿਬ ਬੈਠੇ ਰਹੋ, ਹੁਣ ਬਾਰਿਸ਼ ਆਉਣੀ ਹੈ, ਉੱਠਿਓ ਨਾ ਕੋਈ। ਜਦੋਂ ਖੜਤਾਲਾਂ ਫੜੀਆਂ, ਬੱਦਲ ਹੋਇਆ ਅਤੇ ਬਾਰਿਸ਼ ਹੋਈ, ਬੜੀ ਬਾਰਿਸ਼ ਹੋਈ ਜ਼ੋਰ ਨਾਲ। ਉਹਦਾ ਸਾਧ ਸੀ ਨਾ ਉੱਥੇ ਪਹਿਲਾਂ ਬੈਠਾ ਜੜਾਵਾਂ ਵਾਲਾ, ਉਹ ਉੱਥੋਂ ਡਿੱਗਿਆ ਮੰਜੇ ਤੋਂ, ਲਿਟਦਾ ਸੰਤਾਂ ਦੇ ਚਰਨਾਂ ਜਾ ਕੇ ਆਸਣ ਬਹਿ ਗਏ। ਉਹਨਾਂ ਦੀ ਬੜੀ ਆਦਤ ਹੁੰਦੀ, ਬਸ ਬਹਿ ਜਾ ਇੱਥੇ ਆਸਣ ਕਰਕੇ, ਬੜਾ ਜ਼ੋਰ ਨਾਲ ਆਖਣਾ ਨਾ, ਸੱਚੇ ਪਾਸੇ ਉੱਠਣਾ, ਬਹਿ ਜਾਓ ਇੱਥੇ ਜ਼ੋਰ ਨਾਲ ਆਖਣਾ। ਅਤੇ ਉਹ ਬਹਿ ਗਿਆ ਅਤੇ ਉਹਨੂੰ ਫਿਰ ਭਜਨ ਦੇ ਦਿੱਤਾ। ਅਤੇ ਇੱਕ ਸਿੰਘ ਗੁਰਬਖਸ਼ ਸਿੰਘ ਗੁਜਰਾਂ ਪਿੰਡ ਤੋਂ, ਗੁਜਰਾਲੇ ਜ਼ਿਲ੍ਹਾ ਮੇਰਾ ਖਿਆਲ, ਉਹ ਉੱਥੇ ਉਹਨੇ ਫਿਰ ਉਹਦੀ ਜੜਾਵਾਂ ਖੋਲ੍ਹੀਆਂ, ਉਹਨੂੰ ਭਜਨ ਦੱਸ ਦਿੱਤਾ। ਉਹਦਾ ਨਾਮ ਬੱਗਾ ਸਿੰਘ ਰੱਖਿਆ। ਮਤਲਬ ਇੰਨੇ ਦੇ ਤਾਕਤ ਵਾਲੇ ਜਿਹੜੇ ਸਨ ਨਾ, ਇਹਦੇ ਆਖਿਆ ਸਾਰੀ ਉਮਰ ਮੁੰਡੇ ਨੂੰ ਤਾਪ ਨਹੀਂ ਚੜ੍ਹਿਆ। ਉਹ ਸੰਤਾਂ ਦੇ ਵਾਰ 'ਚ ਇਸ ਤਰ੍ਹਾਂ ਆਇਆ।
ਇਹਦੇ ਸਮੁੰਦਰ ਹੈ ਇਹਦੇ ਵਿੱਚ ਬੜੀ ਕਿਰਪਾ ਹੋਈ ਜੀ ਬੜੀ ਕਿਰਪਾ ਹੋਈ ਵੀ ਸਾਰੇ ਹੋਈ ਇਹਨਾਂ ਸਮਾਂ ਤੇ ਕਦੀ ਵੀ ਨਹੀਂ ਹੁੰਦਾ ਸੀ ਇਹਨਾਂ ਚਲੇ ਇਹ ਗੱਲਾਂ ਹਾਂ ਦੀ ਕਿਰਪਾ ਇੱਕ ਬਾਬੇ ਬੁੱਢਾ ਸਿੰਘ ਹੋਏ ਨੇ ਵਾਂ ਪਿੰਡ ਅੰਮ੍ਰਿਤਸਰ ਜ਼ਿਲ੍ਹੇ 'ਚ ਉੱਥੇ ਜਾ ਸਗੁਰਾਂ ਨੇ ਉਹਨਾਂ ਨੂੰ ਦਰਸ਼ਨ ਦਿੱਤਾ ਬੋੜ ਸਾਣਿਆਂ ਦਾ ਬਿਠਾਇਆ ਜੋੜਾ ਲਾ ਕੇ ਉੱਥੇ ਬੈਠੇ ਨੇ ਤੇ ਉਹ ਸਗਰੂ ਰਾਮ ਸਿੰਘ ਉੱਥੇ ਨਾ ਇੱਕ ਅੱਗ ਦਾ ਵਾਵਰੋਲਾ ਹੁੰਦੇ ਨਾ ਮਿੱਟੀ ਦੇ ਅੱਗ ਦਾ ਵਾਵਰੋਲਾ ਤੇ ਉਹਦੇ 'ਚ ਆਵਾਜ਼ ਹੋਈ ਮੇਰਾ ਨਾਂ ਰਾਮ ਸਿੰਘ ਹੈ ਮੇਰਾ ਪਿੰਡ ਪੈਣੀ ਹੈ ਉੱਥੇ ਆ ਕੇ ਮੈਨੂੰ ਬੈਠ ਵਾਵਰੋਲਾ ਅੱਗੇ ਕੇ ਚੱਲ ਪਿਆ ਉਹ ਸਾਨੂੰ ਮਗਰ ਸਿੰਘ ਤੁਰ ਪਿਆ ਤੇ ਉਹਨਾਂ ਨੂੰ ਨਹੀਂ ਰਾਹ 'ਚ ਦਰਿਆ ਬਿਆਸ ਆਇਆ ਨਹੀਂ ਸਤਲੁਜ ਆਇਆ ਤੇ ਉਹ ਆ ਕੇ ਨਾ ਭੈਣੀ ਸਾਹਿਬ ਦੇ ਜਿਹੜੇ ਇੱਕ ਹੀਰਾ ਪਿੰਡ ਉੱਥੇ ਉਹ ਵਾਵਰੋਲਾ ਜਿਹੜਾ ਸੀ ਉਹ ਖੁੱਲ੍ਹ ਹੋ ਗਿਆ ਉਹਨਾਂ ਨੂੰ ਉੱਥੇ ਪੁੱਛਿਆ ਵੀ ਤੇ ਭੈਣੀ ਪਿੰਡ ਹੋਏਗਾ ਉਹ ਹੈਗਾ ਹੀ ਫਲਾਣੇ ਦਾ ਉੱਥੇ ਆਏ ਉੱਥੇ ਇੱਕ ਨਾ ਤੇ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਪੂਏ ਪਾ ਕੇ ਤੇ ਬਾਹਰ ਨੂੰ ਚਲੇ ਜਾਂਦੇ ਤੇ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਵੀ ਤੇ ਕੋਈ ਰਾਮ ਸਿੰਘ ਵੀ ਹੈਗਾ ਇੱਕ ਜੱਟ ਸੀ ਪਿੰਡ 'ਚ ਉਹਦਾ ਨਾਮ ਉਹਨਾਂ ਆਖਿਆ ਹੈਗਾ ਜੱਟ ਉਹ ਗਾਂ ਤੁਰ ਗਿਆ ਉਹਦਾ ਜਾ ਕੇ ਪੁੱਛਿਆ ਵੇਖਿਆ ਭਾਇਆ ਤੇ ਉਹ ਆਪਣੀ ਇਹਦੇ ਗੱਲ ਲੱਗਿਆ ਉਹਨੂੰ ਪੁੱਛਿਆ ਹੋਰ ਵੀ ਰਾਮ ਸਿੰਘ ਹੈਗਾ ਅਰੇ ਇੱਕ ਕਮਲਾ ਜਿਹਾ ਦੁਕਾਨ ਪਊ ਵੀ ਬਾਈ ਫਿਰਦਾ ਤੁਸੀਂ ਮਿਲਿਆ ਹੋਣਾ ਉਹ ਫਿਰ ਸਗੁਰਾਂ ਕੋਲ ਆਏ ਤੇ ਲਾਟੋਂ ਪਿੰਡ ਸਾਡੇ ਨੇੜੇ ਉਹਦੇ ਜੀ ਬੜਾ ਸਵੱਛ ਪਾਣੀ ਸੀ ਉੱਥੇ ਤੇ ਉਹਦੇ ਨੇੜੇ ਕੋਈ ਪਿੰਡ ਦੇ ਸੀ ਉੱਥੇ ਸਭ ਨੂੰ ਉੱਥੇ ਬਾਹਰ ਜਾ ਕੇ ਵਜਨ ਕਰਦੇ ਸ਼ਿਵਾਜਰਾ ਸ਼ਹਿਰ ਦਾ ਸਾਡੇ ਦੋਸਤ ਹੈ ਦਰਸ਼ਨ ਕਰਕੇ ਮਤਲਬ ਜਲੇਬੀਆਂ ਦਾ ਸਮਾਨ ਹੈ ਉਹਨੇ ਆਇਆ ਸੀ ਇਹ ਬੱਚਾ ਫਿਰ ਵਾਪਸ ਆਏ ਸਤਿਗੁਰੂ ਰਾਮ ਸਿੰਘ ਉੱਥੇ ਬੈਠੇ ਬੈਠ ਕਰਦੇ ਨੇ ਉੱਥੇ ਆ ਕੇ ਮੱਥਾ ਟੇਕਿਆ ਤੇ ਫਿਰ ਉਹਨਾਂ ਨੂੰ ਨਾ 12 ਸਤਿਗੁਰਾਂ ਦੇ ਦਰਸ਼ਨ ਕਰਾਏ ਗੁਰੂ ਨਾਨਕ ਤੋਂ ਲੈ ਕੇ ਸਨੇ ਸਤਿਗੁਰੂ ਰਾਮ ਸਿੰਘ ਸਾਰੇ ਸਤਿਗੁਰੂ ਉੱਥੇ ਬੈਠੇ ਉਹਨਾਂ ਨੂੰ ਦਰਸ਼ਨ ਕਰਾਏ ਤੇ ਉੱਥੇ ਉਹਨਾਂ ਨੂੰ ਫਿਰ ਭਜਨ ਕੀਤਾ ਬੜੇ ਉਹ ਵੀ ਵਜੀਕ ਹੋਏ ਨੇ ਉਹ ਇੱਕ ਦਿਨ ਖਰਾਬ ਸ਼ਾਨ ਹੁੰਦਾ ਸੀ ਤੇ ਘਰ ਵਾਲੀ ਮਾਈ ਪਹਿਲਾਂ ਪੁੱਤਰ ਨਹੀਂ ਸੀ ਸਤਿਗੁਰਾਂ ਕਿਰਪਾ ਕੀਤੀ ਪੁੱਤਰ ਹੋਇਆ ਤੇ ਖਰਾਬ ਸ਼ਾਨ ਹੁੰਦਾ ਸੀ ਤੇ ਉਹ ਕਰਕੇ ਉਹ ਪੁੱਤਰ ਨਹੀਂ ਛੋੜ ਦਿੱਤਾ ਗਾਲ ਕੱਢ ਕੇ ਆਖਿਆ ਆ ਕੇ ਗੱਦਾਂ ਜਾਂਦੀ ਜਿਹੜੇ ਉਹਨਾਂ ਦੇ ਸ਼ਬਦ ਨੇ ਆ ਕੇ ਗੱਦਾਂ ਜਾਂਦੀ ਨੂੰ ਸੇਕ ਲਾ ਦਿੱਤਾ ਮੇਰੇ ਸਤਿਗੁਰੂ ਦੇ ਉੱਪਰ ਉਹ ਮਾਂ ਨੂੰ ਬਹੁਤ ਹੀ ਵੜ ਕੇ ਚੁੱਕ ਲਿਆ ਕੱਖ ਨਹੀਂ ਹੋਇਆ ਤੇ ਉਹਦੇ ਵੀ ਉਹਦਾ ਨਾਂ ਹਰਨਾਮ ਸਿੰਘ ਸੀ ਮੈਂ ਉਹਦੇ ਫੋਟੋ ਫਾਟੋ ਵੀ ਲਾਈਆਂ ਸੀ ਉਹਦੇ ਆਪਣੇ ਕੋਲ ਦਰਸ਼ਨ ਕੀਤੇ ਉੱਥੇ ਇੱਕ ਟੀਮ ਮਾਰੀ ਕੀੜਾ ਮਰ ਗਿਆ ਹੈ ਮੈਨੂੰ ਬੁੱਢਿਆ ਤੈਨੂੰ ਅੱਜ ਤੱਕ ਕੱਲ੍ਹ ਤੱਕ ਪਤਾ ਲੱਗ ਜਾਏਗਾ ਤੂੰ ਇਹ ਕੀ ਕੀਤਾ ਆਪਣਾ ਪੁੱਤਰ ਮਾਰ ਗਿਆ ਇਸ ਤਰ੍ਹਾਂ ਜਦੋਂ ਆਖਰੀ ਸਮਾਂ ਆਇਆ ਨਾ ਤੇ 6 ਮਹੀਨੇ ਜੋੜਾ ਨਹੀਂ ਪਾਇਆ ਜੋੜਾ ਟੁੱਟ ਗਿਆ ਸੀ ਲਗਾ ਤੇ 6 ਮਹੀਨੇ ਮਿਲ ਰਿਹਾ ਕਿ ਨਹੀਂ ਜੋੜਾ ਮੈਂ ਕੀ ਬਣਾ ਤੇ ਇੱਕ ਦਿਨ ਇੱਕ ਇਹ ਲਾਈ ਚਪਵਾਰੀ ਆਖਣਗੇ ਹੁਣ ਜਾਣ ਦਾ ਸੁਨੇਹਾ ਆ ਗਿਆ ਬਸ ਫਿਰ ਤਿਆਰ ਹੁੰਦਾ ਬੜੇ ਉਹ ਸਤਿਗੁਰੂ ਰਾਮ ਸਿੰਘ ਨੇ ਪਤਾ ਨਹੀਂ ਕਿੰਨਾ ਕਿੰਨਾ ਕੁਛ ਬਣਾਇਆ ਜਿਹੜੇ ਪਿਛਲੇ ਇਤਿਹਾਸ ਨੇ ਨਾ ਭਜਨ ਬਾਣੀ ਕਰਨਾ ਕਰਾਉਣਾ ਸਤਸੰਗ ਕਰਨੀ ਉਹ ਤੇ ਲਿਖੇ ਹੋਏ ਨੇ ਪਰ ਸਤਿਗੁਰੂ ਰਾਮ ਸਿੰਘ ਨੇ ਤੇ ਆਪਣੇ ਸਿੱਖਾਂ ਦੀ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਗੁਰੂ ਨਾਨਕ ਦੇ ਹੁਕਮ ਸਨ ਉਹ ਸਿੱਖਾਂ ਦੇ ਵਿੱਚ ਹੀ ਬਤਾ ਕੇ ਸੁਣਾਇਆ ਹੋਇਆ ਤੁਹਾਨੂੰ ਮਿਲਣ ਸ਼ਾਇਦ ਆ ਗਏ ਹੈਗੇ ਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਜਾਹੀ ਕੁਲ ਤੇ ਪ੍ਰਗਟ ਹੋ ਤਾਹੀ ਕੁਲ ਕੋ ਮਨ ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ। ਮਾਨਯੋਗ ਕੁਲਪਤੀ ਜੀ ਅਤੇ सब प्रबंधक वर्ग बाहर से आए हुए सज्जनों मैं कोशिश करूँगा हिंदी में बोलने की
मेरी आदत नहीं है, मेरा रोज़ का ये काम नहीं है। तो आपने गुरु नानक और गुरु परंपरा के बारे में सुना है। ये आजकल एक बात चल रही है कि गुरु नानक से गुरु गोविंद सिंह तक गुरु हुए हैं, ना पहले हुआ ना पीछे हुआ। वो कहते हैं कि गुरु नानक जी 1526 में हुए और 1765 में उनके ख्याल मुताबिक गुरु गोविंद सिंह जी ख़त्म हो गए। तो कुछ ऐसी किताबें छपी हैं जिनमें गुरु काल लिखा है, गुरु का समय ये 39 वर्ष होते हैं, सिर्फ इतना ही है। गुरबानी को हम जब देखते हैं तो आज ग्रंथ साहिब जी में पट्टों के सवैये लिखे हैं, उनमें सारे सदगुरुओं ने अपना नाम दिया है। सवैये महल्ले पंजवें के, चौथे के, तीजे के, ऐसा नाम लिखा है। तो उसमें ऐसा लिखा है कि ये आप सब समझ जाएंगे, इसकी कोई अर्थ करने की ज़रूरत नहीं है। सतयुग तय माण्यो, छल्यो बल बावन पायो, त्रेतय तय माण्यो, राम रघुवंश कहायो, द्वापर कृष्ण मुरार कंस किरतार्थ कियो, उग्रसैन को राज अपय भक्ता जन दियो, कलयुग प्रमाण नानक गुर अंगद अमर कहायो। भगवान कृष्ण और राम के साथ इस लड़ी को जोड़ा गया है गुरबानी में। तो गुरबानी को मानने वाले, हम तो उसको गुरबानी मानते हैं, दूसरे हमारे भाई उसको कहते हैं ये गुरु है ग्रंथ साहिब, उनको मुबारक हो। तो उस बानी में लिखा है कि ये सदगुरुओं का, सारी परंपरा सदगुरुओं की चलती है। तो जो गुरु शिष्य परंपरा है ये आदिकाल से चली आती है। भगवान की इच्छा है, उसने ऐसा बना दिया है। दो पक्ष बनाए हैं, सत्य और झूठ का, और इसमें इनकी दोनों की लड़ाई होती है। तो भगवान हमेशा सत्य का पक्ष लेते हैं। भक्त को दुख तो बहुत होता है। आप पढ़ते हैं अर्जुन का क्या हाल होता था और प्रहलाद को कितनी शासना दी गई, लेकिन जीत किसकी हुई? जीत साच की होती है। और वो भगवान की इच्छा से भगवान अपने भक्तों की रक्षा करता है, संकट भी वही बनाता है। लेकिन जैसे आप देखते हैं, आप अपने छात्रों को उनके अभ्यास के लिए कुछ कठिन प्रश्न करते हैं तो उनका उत्तर वो देते हैं। अर्जुन के लिए भी ऐसा बहुत कुछ पढ़ा जाता है। और वही परंपरा जो है वो अभी तक चली आती है। मैं एक घटना आपके सामने रखूँगा कि भगवान कृष्ण और अर्जुन एक जंगल में गए और स्नान का टाइम हुआ। तो भगवान कृष्ण स्नान कर रहे थे। तो उसके बाद भगवान अर्जुन जो था उसको कभी अभिमान हो जाता था। ये मनुष्य के लिए जो सब के सब, जैसे कान का रोग हिरण को दे दिया, आँख का रोग जिस को दिया, हाथी को काम रोग मैंगल व सलीना। तो ऐसे ही जो मछली है उसको जबान का रोग है। तो भगवान ने ऐसा किया है कि अहंकार मनुष्य को दे दिया है। मनुष्य को, अर्जुन को अहंकार हो गया कि मैं अब बहुत भक्त बन गया हूँ और मैं आपकी माया से भूल नहीं सकता, आपकी माया मेरे को भुला नहीं सकेगी। तो भगवान कृष्ण ने एक दो बार तो कहा, फिर वो चुप कर गए। एक समय ऐसा आया कि भगवान कृष्ण बाहर गए, स्नान कर रहे थे। स्नान करके जिस समय अर्जुन ने स्नान किया
तो उसमें गोता लगाया पानी में, तो बाहर निकला तो भगवान नहीं है वहाँ। वो बहुत ढूंढने लगा लेकिन उसको ना मिले। जाते जाते एक ऐसी जगह अर्जुन चला गया जहाँ एक कथा हो रही थी कि द्वापर युग में भगवान कृष्ण हुए हैं, तो अर्जुन उनके साथ था, वो बहुत तीरंदाज था, उसकी तारीफ हो रही थी। तो वो जाकर खड़ा हो गया कि अर्जुन तो मैं हूँ। वो कहने लगे अब तो कलयुग है, तू त्रेते की बात कर, कौन तू अर्जुन है? उसको खूब पीटा गया। तो उसके बाद ऐसा हुआ कि उसको रखा गया, उसको तीरंदाजी सिखाने के लिए वहाँ। तो कुछ समय के बाद उसकी शादी हो गई, उसके बच्चे हो गए, तो उसके साथ बहुत मोह प्यार हो गया। तो भगवान ने ऐसी माया डाली कि वो सारे मर गए, औरत मर गई उसकी। तो जब उसको संस्कार करने के लिए गए तो वह ऐसी आंधी चली कि ना वो लोग ना वो शमशान भूमि, वो और ही कुछ बन गया। देखा मैं वहीं उस तालाब के ऊपर खड़ा हूँ जहाँ भगवान कृष्ण थे। तो वो विरलाप कर रहा है कि मेरी औरत कहाँ गई, मेरी औरत कहाँ गई। तो भगवान कृष्ण प्रकट हो गए। तो वो कहने लगे अर्जुन देख, ये सारा माया का स्वरूप है, तू क्यों भूल गया है इसमें? तू कहता है मैं नहीं भूलूंगा, नहीं मेरे को मेरी औरत मिलाओ, मेरे को मेरी औरत मिलाओ। ऐसा ही करता रहा। तो उद्धव ने और सब ने समझाया लेकिन वो समझ नहीं पा रहा था। तो भगवान कृष्ण ने एक चप्पत लगाई उसको। जब एक चप्पत लगा दी तो उसको एकदम सब कुछ भूल गया माया का, और भगवान के चरणों पर गिर पड़ा कि तेरी माया बहुत प्रबल है, मैं इसको नहीं समझ सका। तो ऐसा ही एक समय आया। एक बार सब कहो धन श्री सतगुरु प्रताप सिंह जी। सतगुरु प्रताप सिंह जी के समय में एक सरदार केर सिंह जी थे हमारे पास। वो पटियाले वाले राजे के बुआ के या ऐसे कुछ रिश्तेदार थे। उनको वो शराब पीते थे। तो भैनी साहब में आए। भैनी साहब में आकर उन्होंने एक दर्जी से कपड़े सिलाने की बात की। तो ऐसे वापस जिस समय गए तो उनको ऐसा लगा कि मेरे पीछे सतगुरु प्रताप सिंह जी घोड़े ऊपर हैं और 5 सिख उनके साथ हैं जिनके हाथ में डंडे हैं। तो वो कहते हैं कि इसको पकड़ लो। तो जो दौड़े हो अपने बाग में चले गए। बाग में शराब के मट डाले हुए थे, वो सब तोड़ दिए। तो दरिया के किनारे किनारे बहुत पानी और कांटे वगैरह सब लगते गए, और वो जब बाहर निकले तो उस सिख सामने खड़े हुए थे। उन्होंने एक सूर मारा था। सूर मारकर सतगुरु जी को बताया कि ये देखो कितना बड़ा सूर मारा है। करते करते उस जगह में चले गए। जब उस जगह में गए तो सतगुरु जी प्रकट हो गए सामने। तो कहने लगे कि जैसे तूने उसको सूर को मारा है, तेरे को मार दिया जाए यहाँ। तो हाथ जोड़कर ऐसे नमस्कार की। जब उठा तो वहाँ सतगुरु जी नहीं है, ना वो 5 सवार है। तो जो डर था पीछे से आगे को घेर रहा था, वो खींच बन गई। उसने कहा कहाँ गए हैं? उसको ऐसा लगा कि कार के टायर लगे हुए हैं, हमारा शहर सरहंद के ऊपर एक डेरा है, वहाँ सतगुरु जी गए। वहाँ जाकर हमारा एक सिख, नामधारी सिख, वहाँ वो गन्ना पीट रहा था। उसको जाकर पूछा सतगुरु जी इधर आए। उसने कहा कि तेरी क्या हालत हो गई है, क्या हो गया तेरे को? सतगुरु जी गुजरात ज़िले में दौरे में हैं। तो कहने लगा मेरे सामने आए हैं यहाँ। तो ऐसी हालत में वो अंदर जाकर पड़ गया, ना खाना ना पीना, कुछ नहीं हुआ। तो उसको उस समय ऐसा लग रहा था कि जहाँ सतगुरु जी हैं, जहाँ दीवान लगाया, सब दिख रहा था। तो सब दुनिया दिख रही थी उसको। तो घर वाले आए, वो ले गए। उन्होंने कपड़े वगैरह सब ठीक किए, लेकिन उसकी हालत जो थी वो वही रही। वो कहते थे, उन्होंने मेरे को अपनी ज़बानी बताया, सारी बात बताई है। वो कह रहे थे कि 1 बरस पूरा बहुत ही आनंद रहा, जिसका मैं वर्णन नहीं कर सकता। जब वो 1 बरस हो गया तो वो आनंद मेरे से छीनने लगा, वो जाने लगा मेरे से। तो मैंने सतगुरु जी के पास, सतगुरु प्रताप सिंह जी के पास अर्ज की। तो सतगुरु जी ने एक चप्पत लगाई, तो जैसे एकदम बैटरी चार्ज हो जाती है, वहीं चला गया। 1 बरस फिर रहा। 1 बरस के बाद फिर मैंने अर्ज की
तो एक चप्पल फिर लगाई तो कहने लगे सारा तेरे लिए रखा है। वो कहने लगे उस दिन से वो बात नहीं रही। मैं सिर्फ आपको ये कहना चाहता था, वो द्वापर युग की बात और कलयुग की बात भगवान की एक सी बात सब चलती है। तो आपने बहुत कुछ सुना है अंग्रेज़ों के बारे में। एक खुशवंत सिंह जी हैं, बहुत अच्छे लिखारी हैं, उनका नाम शायद आपने सुना होगा। उन्होंने भी एक किताब, मेरे को नाम नहीं उसका याद, उसमें लिखा है कि सारी कौम ने अंग्रेज़ों को प्रवान किया, सब सिखों ने प्रवान किया, लेकिन नामधारियों ने नहीं उनको प्रवान किया। एक बात। दूसरी बात यह है कि अंग्रेज़ ने अपने रिकॉर्ड में एक बात लिखी है, अंग्रेज़ी में उसके शब्द ऐसे हैं, इट इज़ इम्पॉसिबल फॉर ए कुका टू बी लॉयल सब्जेक्ट ऑफ ब्रिटिश गवर्नमेंट। कुका अंग्रेज़ का वफादार नहीं हो सकता। आप सारा इतिहास खोलो, किसी और के बारे में लिखा गया कि या नहीं लिखा गया है। सदगुरु राम सिंह ने ये कृपा की, ये उनके कान में मंत्र दिया और ये गुरु सिख परंपरा को बहुत अच्छी तरह से चलाया और साथ ही साथ गौओं की रक्षा और देश के लिए ये ऐसा पवित्र खून दिया जिसकी मिसाल नहीं है। आप जानते हैं कि सब लोग पढ़ते हैं, कोई 62 नंबर 68 नंबर लेकर पास हो जाता है, कोई 70 नंबर लेता है, कोई 90 नंबर लेता है, कोई 101 ले लेते हैं। लेकिन बहुत कम आदमी ऐसे होते हैं जो यूनिवर्सिटी में किसी की फ़ोटो आती है कि सबसे 1 नंबर आया है। तो ये नहीं कि वो जलियांवाला बाग में होने वाले शहीद नहीं हैं, वो भी शहीद हैं। वो लेक्चर सुनने के लिए गए थे देश के बारे में, लेकिन वो मरने के लिए नहीं गए थे। ये नामधारी सिख जो है सब पहले ही मरने के लिए गए हैं, तोपों के सामने खड़े हुए। जैसे आपको बताया गया है कि वो नीचे अपने ईंट रख के उसने कहा कि मेरा कद अब तो ठीक है। तो ये सदगुरु राम सिंह जी ने ऐसी कृपा की, उनको दिव्य दृष्टि दी कि वो देखते थे जो आदमी तोप के सामने जाकर ख़त्म होता है, वहाँ दीवान लगा है सदगुरु राम सिंह का, वहाँ जाकर बैठ जाता है। तो सदगुरु राम सिंह ने ये रास्ता बताया कि इस संसार पर आकर हमने क्या करना है और यहाँ से किसी और जगह जाना है, उसके लिए अपना खर्च जमा करना है। जप तप का बंद बेड़ला जित लंघ है वहेला। गीता के चौथे अध्याय दे विच, गीता के चौथे अध्याय में 7वां और 8वां श्लोक है जो उसमें आप सब जानते हैं। उसमें लिखा है, यदह यदह धर्मस्य गिलानिर्भवति भारत अभ्युत्थानम धर्मस्य तदात्मानं सृजाम्यहम् परित्राणाय साधूनां विनाशाय दुष्कृतां धर्म संस्थापनार्थाय संभवामि युगे युगे। तुलसीदास जी ने भी लिखा है, जब जब होए धर्म की हानि बाढ़ है असुर अधम अभिमानी। आप प्रभु धर्म मनुज शरीरा हरह कृपा निधि सज्जन पीड़ा। और की बात तो पीछे गया। अब गुरु गोविंद सिंह जी क्या कहते हैं वो सुनो। वो कहते हैं, जब जब होत अरिष्ट अपारा तब तब देह तर तर तारा। धर्म चिलावन संत उबारन दुष्ट सबन को मूल उपारन। तो ये गुरु सिख परंपरा। और वो गुरु क्या करता है, वो हमेशा अपने सेवक के पक्ष में रहता है, लेकिन वो सेवक होना चाहिए। सेवक की तारीफ जो लिखी है बानी में, गुर कै ग्रह सेवक जो रह, गुर की आज्ञा मन में सह, आपस को कर कछ न जनावै, हर हर नाम हृदय सद ध्यावै, मन बेचै सदगुर के पास, तिस सेवक के कार्य रास। सेवा करत होए देह कामी। सेवा करते करते कामना नहीं रहनी चाहिए कोई भी। उसमें यह नहीं कि मैंने इतनी सेवा की है मेरे को क्या दिया है। सेवा करत होए नेह कामी, ताको होत प्राप्त तिसका होत प्राप्त स्वामी। सतगुरु के बारे में लिखा है कि सो सतगुर जिस हृदय हर नाव। सतगुरु की तारीफ जो गुरबानी में लिखी है